ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੂਰਾ। ਛੁਟੀ ਮਸੰਦਨ ਤੇ ਸਕਲ ਸੰਗਤ ਦੇਸ਼ ਵਿਦੇਸ਼। ਅਦਕ ਭਈ ਸਿੱਖੀ ਜਗਤ ਸਰਦਾ ਸਹਿਤ ਵਿਸ਼ੇਸ਼ ਦੂਰਾ। ਛੁਟੀ ਮਸੰਦਨ ਤੇ ਸਕਲ ਸੰਗਤ ਦੇਸ਼ ਵਿਦੇਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ। ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਬਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਜੀਆਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਸਤਿਗੁਰੂ ਜੀ ਦੀ ਦਇਆ ਦਾ ਸਦਕਾ ਸੰਧਿਆ ਦੇ ਸਮੇਂ ਨਿਤਾ ਪ੍ਰਤੀ ਦੇ ਨਿਯਮ ਦੇ ਮੁਤਾਬਕ ਗੁਰੂ ਕੇ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰਨ ਦਾ ਸੁਭਾਗ ਸਮਾਂ ਮਿਲ ਰਿਹਾ ਹੈ। ਸੰਧਿਆ ਸਮੇਂ ਸਤਿਗੁਰਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਧੱਲਣ ਵਿਖੇ ਆਪ ਸੰਗਤਾਂ ਨੇ ਹਾਜ਼ਰੀ ਭਰ ਕੇ ਕੀਰਤਨ ਸਰਵਣ ਕੀਤਾ, ਰਹਿਰਾਸ ਸਾਹਿਬ ਦੇ ਪਾਠ ਸਰਵਣ ਕੀਤੇ ਹਨ। ਅਸਥਾਨ ਦੇ ਉੱਤੇ ਜੋ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ, ਲੜੀਵਾਰ ਇਤਿਹਾਸ, ਸਤਿਗੁਰਾਂ ਦਾ ਜੀਵਨ ਵਰਤਾਂਤ ਚੱਲ ਰਿਹਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਵਿਰਾਜਦੇ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸ਼ਰਧਾ ਭਾਵਨਾ ਦੇ ਨਾਲ ਪਹੁੰਚੀਆਂ। ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਦਇਆ ਧਾਰਨ ਕਰਨਾ ਬਹੁਤ ਵੱਡਾ ਗੁਣ ਹੈ। ਦਇਆਲੂ ਮਨੁੱਖ ਨੂੰ ਇਸ ਕਲਯੁਗ ਦੇ ਸਮੇਂ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਬਹੁਤ ਜਲਦੀ ਭਗਤੀ ਦਾ ਫਲ ਪ੍ਰਾਪਤ ਹੁੰਦਾ ਹੈ। ਇਸ ਦੇ ਉੱਤੇ ਸਤਿਗੁਰਾਂ ਨੇ ਇਸਤਰੀ ਦੇ ਦਇਆਵਾਨ ਹੋਣ ਦੀ ਇੱਕ ਸਾਖੀ ਸੁਣਾਈ।
ਸੋ ਗੁਰੂ ਦੀਆਂ ਸੰਗਤਾਂ ਨੇ ਉਹ ਸਾਖੀ ਨੂੰ ਸੁਣਿਆ ਕਿ ਕਿਵੇਂ ਇੱਕ ਸ਼ਿਕਾਰੀ ਨੂੰ ਰਾਜਾ ਬਿਕਰਮਾਜੀਤ ਨੇ ਗ੍ਰਿਫਤਾਰ ਕੀਤਾ। ਉਹਦੇ ਉੱਤੇ ਜਦੋਂ ਕੈਦ ਦੇ ਵਿੱਚ ਬੰਦ ਹੋਏ ਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ ਸੀ, ਉਹਨੂੰ ਸਜ਼ਾ ਦਿੱਤੀ ਜਾ ਰਹੀ ਸੀ, ਮਾਰ ਕੁੱਟ ਹੋ ਰਹੀ ਸੀ। ਟੌਰਚਰ ਕਰਦਿਆਂ ਉਸ ਨੂੰ ਜਦੋਂ ਇੱਕ ਦਾਸੀ ਨੇ, ਇਸਤਰੀ ਨੇ ਵੇਖਿਆ, ਉਹਦੇ ਮਨ ਵਿੱਚ ਦਇਆ ਆ ਗਈ ਅਤੇ ਉਸ ਦੀ ਜਗ੍ਹਾ ਦੇ ਉੱਤੇ ਮਰਦਾਵਾਂ ਭੇਸ ਧਾਰਨ ਕਰਕੇ ਆਪਣੇ ਆਪ ਨੂੰ ਬਣਾ ਲਿਆ। ਅਤੇ ਇਸ ਪ੍ਰਕਾਰ ਉਹ ਜਿਹੜਾ ਰਾਜਾ ਸੀ, ਉਹਨੇ ਜਿਸ ਵੇਲੇ ਦਰਬਾਰ ਦੇ ਵਿੱਚ ਪੇਸ਼ੀ ਵਾਸਤੇ ਬੁਲਾਇਆ ਇਸ ਇਸਤਰੀ ਨੂੰ, ਕਿਉਂਕਿ ਪਤਾ ਨਹੀਂ ਸੀ ਕਿ ਉਹ ਸ਼ਿਕਾਰੀ ਹੀ ਹੈ, ਤਾਂ ਇਹਨੇ ਆ ਕੇ ਆਖਿਆ ਕਿ ਤੇਰੇ ਘਰ ਦਾ ਜਲ ਪਾਣੀ, ਅੰਨ ਪਾਣੀ ਛਕਣ ਦੇ ਨਾਲ ਮੈਂ ਜਿਹੜਾ ਸ਼ਿਕਾਰੀ ਮਰਦ ਸੀ ਤੇ ਇਸਤਰੀ ਹੋ ਗਿਆ ਹਾਂ। ਹੁਣ ਕੋਈ ਉਪਾਅ ਕਰ, ਮੈਨੂੰ ਦੁਬਾਰਾ ਮਰਦ ਬਣਾ, ਨਹੀਂ ਤਾਂ ਮੈਂ ਇੱਥੇ ਹੀ ਪ੍ਰਾਣ ਤਿਆਗ ਦੇਵਾਂਗਾ। ਤਾਂ ਉਸ ਤੋਂ ਬਾਅਦ ਫਿਰ ਰਾਜਾ ਬਿਕਰਮਾਜੀਤ ਜੰਗਲ ਦੇ ਵਿੱਚ ਜਾਂਦਾ ਹੈ। ਜੰਗਲ ਵਿੱਚ ਜਾ ਕੇ ਉਹਨੂੰ ਅੱਗੇ ਉਹੀ ਸ਼ਿਕਾਰੀ ਜਿਹੜਾ ਸੀ ਪਹਿਲਾਂ ਗ੍ਰਿਫਤਾਰ ਕੀਤਾ ਹੋਇਆ ਤਪੱਸਵੀ ਦੇ ਰੂਪ ਦੇ ਵਿੱਚ ਮਿਲਦਾ ਹੈ। ਉਹਨੂੰ ਤਪੱਸਿਆ ਕਰਦਿਆਂ ਵੇਖ ਕੇ ਉਹਨੂੰ ਜਾ ਕੇ ਨਮਸਕਾਰ ਕੀਤੀ, ਸ਼ਰਧਾ ਭਾਵਨਾ ਦੇ ਨਾਲ ਆਪਣੇ ਦਰਬਾਰ ਵਿੱਚ ਲੈ ਆਇਆ। ਉਹਨੂੰ ਗੁਰੂ ਧਾਰਨ ਕਰਕੇ ਆਪਣੀ ਜਗ੍ਹਾ ਦੇ ਉੱਤੇ ਰਾਜਗੱਦੀ 'ਤੇ ਬਿਠਾ ਦਿੱਤਾ ਅਤੇ ਇਸੇ ਪ੍ਰਕਾਰ ਆਪ ਜੰਗਲ ਦੇ ਵਿੱਚ ਚਲਿਆ ਗਿਆ ਤਪ ਕਰਨ ਦੇ ਲਈ, ਤਾਂ ਕਿ ਤਪ ਕਰਕੇ ਕੋਈ ਐਸਾ ਵਰਦਾਨ, ਕੋਈ ਐਸੀ ਯੁਕਤੀ, ਕੋਈ ਐਸਾ ਉਪਾਅ ਕੀਤਾ ਜਾ ਸਕੇ ਕਿ ਉਸ ਇਸਤਰੀ ਨੂੰ ਦੁਬਾਰਾ ਮਰਦ ਬਣਾਇਆ ਜਾਵੇ। ਰਾਜਾ ਬਿਕਰਮਾਜੀਤ ਜੰਗਲ ਦੇ ਵਿੱਚ ਭਗਤੀ ਕਰਨ ਲੱਗ ਪਿਆ। ਉੱਧਰ ਜਿਹੜਾ ਤਪੱਸਵੀ ਸੀ, ਸ਼ਿਕਾਰੀ ਤਪੱਸਵੀ ਬਣਿਆ ਹੋਇਆ ਸੀ, ਰਾਜਗੱਦੀ ਦੇ ਉੱਤੇ ਬੈਠਾ, ਉਹਨੇ ਜੇਲ੍ਹ ਦੇ ਵਿੱਚੋਂ ਉਸ ਇਸਤਰੀ ਨੂੰ ਬਾਹਰ ਬੁਲਾਇਆ ਅਤੇ ਉਹਨੂੰ ਆਪਣੀ ਜਗ੍ਹਾ 'ਤੇ ਰਾਜਗੱਦੀ ਦੇ ਉੱਤੇ ਬਿਠਾ ਕੇ ਆਪ ਮੁੜ ਜੰਗਲ ਵਿੱਚ ਤਪੱਸਿਆ ਕਰਨ ਚਲਿਆ ਗਿਆ। ਇਸ ਇਸਤਰੀ ਨੇ, ਇਸ ਦਾਸੀ ਨੇ ਆਪਣੇ ਅਹਿਲਕਾਰਾਂ ਨੂੰ, ਮੰਤਰੀਆਂ ਸੰਤਰੀਆਂ ਨੂੰ ਹੁਕਮ ਦਿੱਤਾ ਕਿ ਤੁਸੀਂ ਜਾਓ ਵਿਸ਼ਨੂੰ ਭਗਵਾਨ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਓ, ਤਾਂ ਜੋ ਉਹ ਮੈਨੂੰ ਇਸਤਰੀ ਤੋਂ ਮਰਦ ਬਣਾ ਦੇਵੇ। ਇਹ ਲੱਭਦੇ ਲਭਾਉਂਦੇ ਕਈ ਜਗ੍ਹਾ 'ਤੇ ਗਏ, ਪੁਸ਼ਕਰ ਵਿਖੇ ਪਹੁੰਚੇ। ਉੱਥੇ ਇਹਨਾਂ ਨੂੰ ਇੱਕ ਸਿੱਧ ਮਿਲਿਆ ਜਿਹੜਾ ਇਹਨਾਂ ਨੂੰ ਅਗਾਂਹ ਗਿਰਨਾਰ ਪਰਬਤ ਦੇ ਉੱਤੇ ਕਾਠੀਆਵਾੜ ਗੁਜਰਾਤ ਦੇ ਵਿੱਚ ਲੈ ਗਿਆ, ਜਿੱਥੇ ਬਹੁਤ ਸਾਰੇ ਸਿੱਧਾਂ ਦੀ ਵੱਡੀ ਮੰਡਲੀ ਸੀ। ਵੱਡੇ ਵੱਡੇ ਸਿੱਧ ਮੁਨੀ ਉੱਥੇ ਸਨ। ਉਹਨਾਂ ਵਿੱਚੋਂ ਜਗਰਾਜ ਸਿੱਧ ਜਿਹੜਾ ਸੀ, ਬਹੁਤ ਵੱਡਾ ਤਪੱਸਵੀ ਸੀ, ਉਹਨੇ ਇਹਨਾਂ ਦੀ ਵਿਥਿਆ ਸੁਣੀ ਅਤੇ ਦੁਬਾਰਾ ਆ ਕੇ ਉਹਨਾਂ ਨੇ ਪਹਿਲਾਂ ਰਾਜੇ ਨੂੰ ਜੰਗਲ ਵਿੱਚੋਂ ਲੈ ਕੇ ਆਏ, ਫਿਰ ਇਸ ਇਸਤਰੀ ਨੂੰ ਵਾਹਿਗੁਰੂ ਦੀ ਕਿਰਪਾ ਦੇ ਨਾਲ, ਰਿੱਧੀਆਂ ਸਿੱਧੀਆਂ ਦੇ ਨਾਲ ਇਹਨਾਂ ਨੇ ਮਰਦ ਬਣਾਇਆ। ਰਾਜੇ ਨੂੰ, ਬਿਕਰਮਾਜੀਤ ਨੂੰ ਦੁਬਾਰਾ ਰਾਜਗੱਦੀ 'ਤੇ ਬਿਠਾ ਦਿੱਤਾ ਅਤੇ ਇਸਤਰੀ ਤੋਂ, ਦਾਸੀ ਤੋਂ ਜੋ ਮਰਦ ਬਣਾਇਆ ਸੀ ਇਹਨਾਂ ਨੇ, ਉਸ ਨੂੰ ਮੰਤਰੀ ਪਦ ਦੇ ਉੱਤੇ ਸ਼ੋਭਾਇਮਾਨ ਕਰ ਦਿੱਤਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਸਾਖੀ ਸੁਣਾ ਕੇ ਆਖਿਆ ਕਿ ਕਲਯੁਗ ਦੇ ਸਮੇਂ ਦੇ ਵਿੱਚ ਬਹੁਤ ਜਲਦੀ ਫਲੀਭੂਤ ਹੁੰਦਾ ਹੋਇਆ ਹੈ ਧਰਮ ਕਰਮ ਕੀਤਾ ਹੋਇਆ, ਦਇਆ ਕੀਤੀ ਹੋਈ। ਇਸ ਕਰਕੇ ਦਇਆ ਨੂੰ ਮਨ ਵਿੱਚ ਧਾਰਨ ਕਰਕੇ ਰੱਖੋ ਅਤੇ ਧਰਮ ਦੇ ਰਸਤੇ ਦੇ ਉੱਤੇ ਦ੍ਰਿੜਤਾ ਸਹਿਤ ਚੱਲੋ। ਇਹ ਸਾਖੀ ਆਪਾਂ ਕੱਲ੍ਹ ਸੁਣੀ। ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸੁੰਦਰ ਇਤਿਹਾਸ ਜੋ ਆ ਰਿਹਾ ਹੈ, 21ਵਾਂ ਅਧਿਆਏ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 5ਵੀਂ ਰੁੱਤ ਦਾ। ਸੋ ਜਿਹਦਾ ਸਿਰਲੇਖ ਹੈ ਸੋਨਾ ਇਕੱਤਰ ਕਰਵਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਆਪ ਸਭਨਾਂ ਨੂੰ ਪਤਾ ਹੈ ਕਿ ਮਸੰਦ ਪ੍ਰਥਾ ਜਿਹੜੀ ਗੁਰੂ ਘਰ ਦੇ ਵਿੱਚ ਆਰੰਭ ਹੋਈ, ਮਸੰਦ ਹੀ ਸੰਗਤਾਂ ਤੱਕ ਪਹੁੰਚ ਕਰਦੇ, ਧਰਮ ਦਾ ਪ੍ਰਚਾਰ ਕਰਦੇ, ਸੰਗਤਾਂ ਤੋਂ ਕਾਰ ਭੇਟਾ ਲੈ ਕੇ ਅਤੇ ਗੁਰਦਰਬਾਰ ਤੱਕ ਪਹੁੰਚਾਇਆ ਕਰਦੇ ਸਨ। ਪਰ ਹੌਲੀ ਹੌਲੀ ਇਹਨਾਂ ਦੇ ਵਿੱਚ ਕਰਪਸ਼ਨ ਆਉਣੀ ਸ਼ੁਰੂ ਹੋ ਗਈ, ਇਹ ਰਿਸ਼ਵਤਖੋਰ ਹੋ ਗਏ ਔਰ ਇਹਨਾਂ ਨੇ ਗੁਰੂ ਕਾ ਧਨ ਜਿਹੜਾ ਸੀ ਉਹ ਗੁਰੂ ਘਰ ਪਹੁੰਚਾਉਣ ਦੀ ਜਗ੍ਹਾ 'ਤੇ ਆਪਣੇ ਹੀ ਨਿੱਜ ਹਿੱਤਾਂ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ। ਬਹੁਤ ਸਾਰੀਆਂ ਕੁਰੀਤੀਆਂ ਇਹਨਾਂ ਦੇ ਵਿੱਚ ਆ ਗਈਆਂ। ਤਾਂ ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਇਹਨਾਂ ਮਸੰਦਾਂ ਨੂੰ ਇਕੱਤਰ ਕਰਕੇ ਇਹਨਾਂ ਨੂੰ, ਜਿਹੜੇ ਮਾੜੇ ਸਨ ਭਾਰੀ ਸਜ਼ਾਵਾਂ ਦਿੱਤੀਆਂ, ਜਿਹੜੇ ਚੰਗੇ ਸਨ ਸੋ ਉਹਨਾਂ ਦਾ ਮਾਣ ਸਨਮਾਨ ਵੀ ਕੀਤਾ। ਪਰ ਉਸ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਮਸੰਦ ਪ੍ਰਥਾ ਨੂੰ ਉੱਥੇ ਹੀ ਖਤਮ ਕਰਦਿਆਂ ਕਹਿ ਦਿੱਤਾ ਕਿ ਗੁਰੂ ਕੀਆਂ ਸੰਗਤਾਂ ਸਿੱਧੀਆਂ ਹੀ ਗੁਰੂ ਘਰ ਦੇ ਵਿੱਚ ਆਪਣੀਆਂ ਜਿਹੜੀਆਂ ਭੇਟਾਵਾਂ ਹਨ, ਕਾਰ ਭੇਟਾ, ਉਹ ਅਰਪਣ ਕਰਨ। ਕਿਸੇ ਮਸੰਦ ਨੂੰ ਗੁਰੂ ਘਰ ਦੀ ਕਾਰ ਭੇਟਾ ਸੇਵਾ ਨਾ ਦਿੱਤੀ ਜਾਵੇ। ਸੋ ਇਸ ਪ੍ਰਕਾਰ
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਮਸੰਦ ਪ੍ਰਥਾ ਹਟਾਈ, ਉਸ ਤੋਂ ਬਾਅਦ ਕਿਵੇਂ ਗੁਰੂ ਕੀਆਂ ਸੰਗਤਾਂ ਸਤਿਗੁਰੂ ਦੇ ਦਰਬਾਰ ਵਿੱਚ ਕੀ ਕਾਰ ਭੇਟਾਂ ਲੈ ਕੇ ਆਉਂਦੀਆਂ। ਆਓ ਇਤਿਹਾਸ ਨੂੰ ਪਿਆਰ ਨਾਲ ਸਰਵਣ ਕਰੀਏ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਛੁਟੇ ਮਸੰਦਨ ਤੇ ਸਕਲ ਸੰਗਤ ਦੇਸ ਵਿਦੇਸ਼। ਦੇਸ਼ ਵਿਦੇਸ਼ ਦੀ ਸੰਗਤ ਤੋਂ, ਦੂਰ ਦਰਾਡੇ ਇਲਾਕਿਆਂ ਦੀ ਸੰਗਤ ਤੋਂ ਜੋ ਕਾਰ ਭੇਟਾ ਲੈ ਕੇ ਇਹ ਮਸੰਦ ਗੁਰੂ ਘਰ ਵਿਖੇ ਪਹੁੰਚਾਇਆ ਕਰਦੇ ਸਨ, ਤੇ ਜਿਸ ਦੇ ਵਿੱਚੋਂ ਬਹੁਤ ਜ਼ਿਆਦਾ ਇਹ ਦੁਰਵਰਤੋਂ ਵੀ ਕਰ ਲਿਆ ਕਰਦੇ ਸਨ। ਸੋ ਇਹਨਾਂ ਤੋਂ ਜਿਹੜੀ ਕਾਰ ਭੇਟਾ ਕਰਨ ਵਾਲੀ ਸੇਵਾ ਛੁੱਟ ਗਈ, ਖਤਮ ਕਰ ਦਿੱਤੀ, ਤੇ ਦੇਸ਼ ਵਿਦੇਸ਼ ਦੀ ਸੰਗਤ ਅਦਕ ਭਈ ਸਿੱਖੀ ਜਗਤ ਸਰਦਾ ਸਹਿਤ ਵਿਸ਼ੇਸ਼। ਹਾਂ, ਦੇਸ਼ ਵਿਦੇਸ਼ ਦੀ ਸੰਗਤ ਆਪ ਹੀ ਗੁਰੂ ਘਰ ਵਿਖੇ ਕਾਰ ਭੇਟਾ ਆ ਕੇ ਅਰਪਣ ਕਰਨ ਲੱਗ ਪਈ, ਭੇਟਾ ਕਰਨ ਲੱਗ ਪਈ। ਤੇ ਇਸ ਪ੍ਰਕਾਰ ਅਦਕ ਭਈ ਸਿੱਖੀ ਜਗਤ ਸ਼ਰਧਾ ਸਹਿਤ ਵਿਸ਼ੇਸ਼ ਹੀ ਸ਼ਰਧਾ ਸਹਿਤ, ਬਹੁਤ ਵੱਡੀ ਸ਼ਰਧਾ ਭਾਵਨਾ ਦੇ ਸਹਿਤ ਗੁਰੂ ਕੀ ਸਿੱਖੀ ਸਾਰੇ ਜਗਤ ਦੇ ਵਿੱਚ, ਸਾਰੇ ਦੇਸ਼ ਦੇ ਵਿੱਚ ਫੈਲ ਗਈ। ਚੌਪਾਈ ਆਪ ਕਾਰ ਸੰਗਤ ਲੈ ਆਵੇ। ਹਾਂ, ਹੁਣ ਮਸੰਦਾਂ ਨੂੰ ਨਹੀਂ ਕਾਰ ਸੇਵਾ ਦਿੰਦੇ, ਜਿਹੜੀ ਸੰਗਤ ਹੈ ਗੁਰੂ ਕੀ ਕਿਸੇ ਵੀ ਇਲਾਕੇ ਵਿੱਚੋਂ ਆਉਂਦੀ ਆ, ਉਹ ਆਪ ਹੀ ਕਾਰ ਸੇਵਾ ਗੁਰੂ ਚਰਨਾਂ ਵਿੱਚ ਲੈ ਕੇ ਆ ਰਹੀ ਹੈ। ਭਾਂਤ ਕੀ ਭੇਟ ਚੜਾਵੇਂ। ਤੇ ਇਹ ਕਾਰ ਸੇਵਾ ਵਿੱਚ ਗੁਰੂ ਘਰ ਨੂੰ ਦਸਵੰਧ ਕੱਢਣ ਦੇ ਲਈ ਜਿਹੜੀ ਸੰਗਤ ਆਉਂਦੀ ਆ, ਉਹ ਭਾਂਤ ਦੀ ਤਰ੍ਹਾਂ ਦੀ ਵੱਖਰੀਆਂ ਕਿਸਮਾਂ ਦੀ ਭੇਟਾ ਗੁਰੂ ਘਰ ਵਿਖੇ ਅਰਪਣ ਕਰਦੀ ਹੈ। ਧਨ ਭੂਖਨ ਅਰਪੰਤੇ। ਅਣਗਿਣਤ ਹੀ ਧਨ ਪਦਾਰਥ, ਭੂਖਣ ਜਿਹੜੇ ਗਹਿਣੇ ਇਤਿਆਦਿਕ ਗੁਰੂ ਘਰ ਦੇ ਵਿੱਚ ਗੁਰੂ ਕੀਆਂ ਸੰਗਤਾਂ ਭੇਟ ਕਰਦੀਆਂ ਹਨ। ਬਹੁਤ ਮੂਲ ਕੇ ਵਸਤਰ ਸੁਬੰਤੇ। ਤੇ ਬਹੁ ਮੁੱਲੇ ਜਿਹੜੇ ਬੜੇ ਵੇਸ਼ ਕੀਮਤੀ ਵਸਤਰ ਇਤਿਆਦਿਕ ਹਨ। ਸੁਭੰਤੇ ਵੱਖਰੀ ਭਾਂਤ ਦੇ, ਵੱਖਰੀ ਕਿਸਮ ਦੇ ਜਿਹੜੇ ਵਸਤਰ ਵਗੈਰਾ ਗੁਰੂ ਕੀਆਂ ਸੰਗਤਾਂ ਭੇਟ ਕਰਦੀਆਂ ਹਨ। ਹਾਂ, ਜਰੀ ਬਾਦਲਾ ਇਹ ਇੱਕ ਕੱਪੜੇ ਦੀ ਕਿਸਮ ਹੈ। ਜਿਵੇਂ ਆਪਾਂ ਬਾਜ਼ਾਰ ਵਿੱਚ ਦੁਕਾਨ ਤੇ ਜਾਂਦੇ ਆ ਤੇ ਦੁਕਾਨਦਾਰ ਆਪਾਂ ਨੂੰ ਕਈ ਕਿਸਮਾਂ ਦੇ ਕੱਪੜੇ ਕੱਢ ਕੇ ਦਿਖਾਉਂਦਾ ਹੈ। ਟੈਰੀਕਾਟ ਹੈ ਜੀ, ਆ ਨਾਈਲਨ ਆ, ਪੋਲੀਸਟਰ ਹੈ, ਉਹਨਾਂ ਦੇ ਵੱਖਰੇ ਨੰਬਰ ਵੀ ਦਿੱਤੇ ਹੁੰਦੇ ਆ ਕੱਪੜਿਆਂ ਦੇ, ਵੀ ਆ ਇੰਨੇ ਨੰਬਰ ਕੱਪੜਾ, ਆ ਇੰਨੇ ਨੰਬਰ ਕੱਪੜਾ, ਉਹ ਦੁਕਾਨਦਾਰਾਂ ਨੂੰ ਪਤਾ ਹੁੰਦਾ। ਸੋ ਇਸੇ ਪ੍ਰਕਾਰ ਜਿਹੜਾ ਜਰੀ ਬਾਦਲਾ ਇਹ ਵੀ ਇੱਕ ਕੱਪੜੇ ਦੀ ਕਿਸਮ ਹੈ, ਵਸਤਰ ਦੀ ਕਿਸਮ ਹੈ। ਸੋ ਜਰੀ ਦੇ ਨਾਲ ਜਿਹੜੇ ਕੱਪੜਿਆਂ ਦੀ ਬਣਤਰ ਬਣੀ ਹੁੰਦੀ ਹੈ। ਜਿਹੜਾ ਕੱਪੜਾ ਨਾ ਇਹ ਸੋਨੇ ਦੀਆਂ ਤਾਰਾਂ ਦੇ ਨਾਲ, ਚਾਂਦੀ ਦੀਆਂ ਤਾਰਾਂ ਦੇ ਨਾਲ ਤੇ ਸੂਤ ਦੇ ਵਿੱਚ ਦੀ ਉਹ ਲੰਘਾ ਕੇ ਤੇ ਇਸ ਪ੍ਰਕਾਰ ਇਹ ਕੱਪੜਾ ਬਣਾਇਆ ਹੁੰਦਾ ਹੈ। ਸੋ ਜਿਹੜਾ ਜਰੀ ਬਾਦਲਾ ਕੱਪੜਾ ਹੈ ਬਹੁਤ ਮਹਿੰਗਾ ਕੱਪੜਾ ਹੈ। ਇਸ ਪ੍ਰਕਾਰ ਦੇ ਥਾਨਾਂ ਦੇ ਥਾਨ ਹੀ ਰੇਸ਼ਮੀ ਰੰਗ ਮਹਾਨ। ਗੁਰੂ ਕੀਆਂ ਸੰਗਤਾਂ ਰੇਸ਼ਮੀ ਵਸਤਰ ਗੁਰੂ ਘਰ ਵਿਖੇ ਭੇਟਾ ਕਰਕੇ ਲੈ ਕੇ ਆਉਂਦੀਆਂ, ਜਿਨ੍ਹਾਂ ਦੇ ਮਹਾਨ ਰੰਗ ਬੜੇ ਸੋਹਣੇ ਰੰਗ ਹਨ। ਰੀਤ ਕੇ ਮਸਰੂ ਆਵੇ। ਤੇ ਅਨੇਕਾਂ ਪ੍ਰਕਾਰ ਦੇ ਕੱਪੜੇ ਜਿਹੜੇ ਮਸਰੂ ਕਿਸਮ ਦੇ ਕੱਪੜੇ ਆ, ਜਿਹੜੇ ਧਾਰੀਦਾਰ ਕੱਪੜੇ ਹੁੰਦੇ ਆ, ਰੇਸ਼ਮੀ ਕੱਪੜੇ। ਸੋ ਵਿਸ਼ੇਸ਼ ਕਰਕੇ ਮੁਸਲਮਾਨ ਵੀਰ ਨਮਾਜ਼ ਅਦਾ ਕਰਨ ਵੇਲੇ ਇਹਨਾਂ ਨੂੰ ਪਹਿਨਦੇ ਆ। ਜਿਵੇਂ ਸਿੱਖਾਂ ਦੇ ਵਿੱਚ ਇਹ ਜਿਹੜੇ ਕੁੱਕਿਆਂ ਦਾ ਫਿਰਕਾ ਹੈ, ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਉਹਨਾਂ ਨੇ ਰੌਲ ਲਾਉਣੀ ਹੋਵੇ, ਨਾ ਤਾਬਿਆ ਬੈਠ ਕੇ ਪਾਠ ਕਰਨਾ ਹੋਵੇ, ਤੇ ਉਹ ਰੇਸ਼ਮੀ ਵਸਤਰ ਪਹਿਨ ਕੇ, ਮਖਮਲੀ ਵਸਤਰ ਪਹਿਨ ਕੇ ਗੁਰੂ ਕੀ ਤਾਬਿਆ ਵਿੱਚ ਸਜਦੇ ਆ ਕਿ ਅਸੀਂ ਇਸ਼ਨਾਨ ਕਰਕੇ ਸਾਫ ਵਸਤਰ ਪਹਿਨ ਕੇ ਮਰਿਆਦਾ ਦੇ ਅਨੁਸਾਰ। ਸੋ ਇਸੇ ਪ੍ਰਕਾਰ ਜਿਹੜਾ ਮਸਰੂ ਹੈ ਇਹ ਵੀ ਕੱਪੜੇ ਦੀ ਇੱਕ ਪ੍ਰਕਾਰ ਦੀ ਕਿਸਮ ਹੈ। ਮਖਮਲੀ ਕੱਪੜੇ ਬਹੁਤ ਜ਼ਿਆਦਾ ਵਧੀਆ, ਅਨੇਕਾਂ ਰੀਤੀਆਂ ਦੇ, ਅਨੇਕਾਂ ਭਾਂਤ ਦੇ ਗੁਰੂ ਘਰ ਵਿਖੇ ਸੰਗਤਾਂ ਲੈ ਕੇ ਆਉਂਦੀਆਂ ਹਨ। ਕਸ਼ਮੀਰੀ ਲਿਆਵੇਂ। ਇਸੇ ਪ੍ਰਕਾਰ ਕਸ਼ਮੀਰ ਵਾਲੀ ਸਾਈਡ ਤੋਂ ਆਉਣ ਵਾਲੀਆਂ ਸੰਗਤਾਂ ਉਹ ਕਸ਼ਮੀਰੀ ਪਸ਼ਮੀਨਾ ਵਗੈਰਾ, ਪਸ਼ਮੀਨੇ ਦੀਆਂ ਲੋਈਆਂ, ਸ਼ਾਲ ਤੇ ਇਸੇ ਪ੍ਰਕਾਰ ਹੋਰ ਗਰਮ ਵਸਤਰ ਜਿਹੜੇ ਕਸ਼ਮੀਰੀ ਵਸਤਰ ਹਨ ਬਹੁਤ ਮਹਿੰਗੇ ਉਹ ਲੈ ਕੇ ਆਉਂਦੀਆਂ ਹਨ। ਇਸੇ ਤਰ੍ਹਾਂ ਖਨ ਖਾਬ ਦਾ ਜਿਹੜਾ ਬਹੁਤ ਮਹਿੰਗਾ ਕੱਪੜਾ, ਇਹ ਵੀ ਕੱਪੜੇ ਦੀ ਇੱਕ ਕਿਸਮ ਹੈ।
ਔਰ ਇਹਨੂੰ ਦੋਤੇਵੰਤ ਵੀ ਕਿਹਾ ਜਾਂਦਾ, ਸ਼ੋਭਾਵਾਨ ਭਾਵ ਬਹੁਤ ਜ਼ਿਆਦਾ ਸੁੰਦਰ ਜਿਹੜੇ ਕੱਪੜੇ ਆ ਉਹਨਾਂ ਦੇ ਥਾਨਾਂ ਦੇ ਥਾਨ ਗੁਰੂ ਕੀਆਂ ਸੰਗਤਾਂ ਭੇਟਾ ਕਰਦੀਆਂ ਹਨ। ਸੂਖਮ ਅੰਬਰ ਮੂਲ ਵਡੇਰੇ। ਇਸੇ ਤਰ੍ਹਾਂ ਸੂਖਮ ਕੱਪੜੇ, ਜਿਹੜਾ ਕੱਪੜਾ ਬੜਾ ਪਤਲਾ ਹੁੰਦਾ ਹੈ, ਬੜਾ ਹਲਕਾ ਕੱਪੜਾ ਹੁੰਦਾ ਹੈ, ਪਰ ਕੁਆਲਿਟੀ ਦੇ ਵਿੱਚ ਚੰਗਾ ਹੁੰਦਾ ਹੈ, ਗੁਣਵੱਤਾ ਦੇ ਵਿੱਚ ਬਹੁਤ ਚੰਗਾ ਹੁੰਦਾ ਹੈ, ਤੇ ਬੜੇ ਮਹਿੰਗੇ ਮੁੱਲ ਦਾ ਕੱਪੜਾ ਗੁਰੂ ਕੀਆਂ ਸੰਗਤਾਂ ਭੇਟਾ ਕਰਦੀਆਂ ਹਨ। ਜਿਸ ਜਿਸ ਦੇਸ ਵੰਦ ਸੁਭ ਹੋਏ। ਗੱਲ ਕੀ ਹੈ ਵੀ ਜਿਸ ਜਿਸ ਦੇਸ਼ ਵਿੱਚ, ਜਿਸ ਜਿਸ ਇਲਾਕੇ ਵਿੱਚ ਜਿਹੜੀ ਜਿਹੜੀ ਵੀ ਵਸਤੂ ਬਹੁਤ ਸ਼ੁਭ, ਬਹੁਤ ਚੰਗੀ ਹੁੰਦੀ ਹੈ, ਉੱਤਮ ਕਿਸਮ ਦੀ, ਕਰੇ ਪ੍ਰੇਮ ਸਿਖਿਆਮੇ ਸੋਏ। ਗੁਰੂ ਕੀਆਂ ਸੰਗਤਾਂ, ਗੁਰੂ ਕੇ ਸਿੱਖ ਪ੍ਰੇਮ ਦੇ ਵਿੱਚ ਆ ਕੇ ਸਤਿਗੁਰੂ ਦੇ ਦਰ ਘਰ ਦੇ ਨਾਲ ਪ੍ਰੇਮ ਕਰਦੇ ਹੋਏ ਉਹ ਮਹਿੰਗੀਆਂ ਤੇ ਕੀਮਤੀ ਵਸਤੂਆਂ ਤੇ ਚੰਗੀਆਂ ਵਸਤੂਆਂ ਗੁਰੂ ਘਰ ਵਿਖੇ ਲੈ ਕੇ ਆਉਂਦੇ ਹਨ। ਜੁਗਤ ਮਰਿਆਦਾ ਪੂਜਾ ਕਰੇ। ਤੇ ਆ ਕੇ ਮਰਿਆਦਾ ਦੇ ਅਨੁਸਾਰ ਗੁਰੂ ਜੀ ਦੀ ਪੂਜਾ ਕਰਦੇ ਆ, ਸਤਿਗੁਰੂ ਜੀ ਨੂੰ ਨਮਸਕਾਰ ਕਰਦੇ ਆ, ਗੁਰੂ ਕੀ ਬੰਦਗੀ ਪਾਠ ਸਿਮਰਨ ਗੁਰਬਾਣੀ ਦਾ ਲਾਹਾ ਲੈਂਦੇ ਹਨ। ਅਰਪ ਅਰਪ ਕਰ ਗੁਰ ਮੁਦ ਭਰੈ। ਹਾਂ, ਅਰਪਣ ਕਰਕੇ ਭੇਟਾ ਦੇ ਕੇ ਸਤਿਗੁਰ ਦੇ ਚਰਨਾਂ ਦੇ ਵਿੱਚ ਰੱਖ ਕੇ ਤੇ ਉਰ ਮੁਦ ਭਰੈ, ਹਿਰਦੇ ਦੇ ਵਿੱਚ ਬੜੀ ਖੁਸ਼ੀ ਹਾਸਲ ਕਰਦੇ ਆ, ਬੜੇ ਪ੍ਰਸੰਨ ਹੁੰਦੇ ਹਨ। ਵਾਸੀ ਵਾਸੀ ਕੇ ਇੱਕ ਥਾਏ। ਹਾਂ, ਵਾਸੀ ਵਾਸੀ ਕੇ ਵੱਖੋ ਵੱਖਰੇ ਨਗਰਾਂ ਦੇ ਲੋਕ ਜਿਹੜੇ ਵੱਖ-ਵੱਖ ਜਗ੍ਹਾ ਦੇ ਉੱਤੇ ਵਸਦੇ ਆ, ਵਾਸੀ ਵਾਸੀ ਕੇ ਇੱਕ ਥਾਏ, ਵੱਖਰੇ ਵੱਖਰੇ ਨਗਰਾਂ ਦੀ ਸੰਗਤ ਇੱਕੋ ਜਗ੍ਹਾ ਇਕੱਤਰ ਹੋ ਕੇ ਤਿਹਾਵਲ ਦੇਗ ਬਣਾਏ। ਤੇ ਬੜੀ ਭਾਵਨਾ ਦੇ ਨਾਲ ਤਿਹਾਵਲ 3 ਮੇਲ ਦਾ ਜਿਹੜਾ ਕੜਾਹ ਪ੍ਰਸ਼ਾਦ ਦੀ ਦੇਗ ਹੈ ਉਹ ਤਿਆਰ ਕਰਦੇ ਹਨ। ਨਿਜ ਨਿਜ ਡੇਰੇ ਭਜਨ ਕਰਨ ਤੇ ਆ ਕੇ ਜਿੱਥੇ ਜਿੱਥੇ ਵੀ ਇਹ ਰੁਕੇ ਹੁੰਦੇ ਆ ਆਪੋ ਆਪਣੇ ਟਿਕਾਣਿਆਂ ਦੇ ਉੱਤੇ ਵਾਹਿਗੁਰੂ ਸਿਮਰਨ ਕਰਦੇ ਆ, ਮੂਲ ਮੰਤਰ ਦਾ ਸਿਮਰਨ ਕਰਦੇ, ਗੁਰਬਾਣੀ ਪੜ੍ਹਦੇ, ਭਜਨ ਬੰਦਗੀ ਕਰਦੇ ਹਨ। ਸਿੱਖ ਪ੍ਰੇਮ ਕਰੰਤੇ। ਹਾਂ, ਸਿੱਖ ਜਿਹੜੇ ਆ ਨਾ ਸਿੱਖਾਂ ਦੇ ਨਾਲ ਪ੍ਰੇਮ ਕਰਦੇ ਆ, ਆਪਸ ਦੇ ਵਿੱਚ ਪ੍ਰੇਮ ਕਰਦੇ ਆ, ਕਿਉਂਕਿ ਸਿੱਖ ਦੇ ਨਾਲ ਪ੍ਰੇਮ ਹੀ ਹੋਣਾ ਚਾਹੀਦਾ। ਆਪਾਂ ਅਰਦਾਸ ਰੋਜ਼ ਕਰਦੇ ਆ, ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਸੋ ਗੁਰੂ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਿੱਖ ਇੱਕ ਦੂਜੇ ਨੂੰ ਗੁਰਸਿੱਖ ਜਾਣ ਕੇ ਬੜੀ ਭਾਵਨਾ ਦੇ ਨਾਲ ਪ੍ਰੇਮ ਕਰਦੇ ਹਨ, ਬੜੀ ਭਾਵਨਾ ਦੇ ਨਾਲ ਇੱਕ ਦੂਜੇ ਦਾ ਅਦਬ ਸਤਿਕਾਰ ਕਰਦੇ ਹਨ। ਕਿਉਂਕਿ ਇੱਕ ਦੂਜੇ ਨੂੰ ਮਿਲ ਕੇ ਜਦੋਂ ਗੁਰਮੁਖ ਸਿਓ ਗੁਰਮੁਖ ਮਿਲੇ ਪੁਲਕਤ 7 ਕਰੋੜ, ਰੋਮ ਰੋਮ ਖਿੜ ਜਾਂਦਾ। ਆਨੰਦ ਦਾ ਜਿਹੜਾ ਸੰਚਾਰ ਇਹਨਾਂ ਸਾਰਿਆਂ ਦੇ ਤਨਾਂ ਵਿੱਚ, ਸਰੀਰਾਂ ਦੇ ਵਿੱਚ ਹੋ ਜਾਂਦਾ ਹੈ। ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਕੀਤੇ ਹੈ ਕਿ ਜਦੋਂ ਗੁਰੂ ਕੇ ਸਿੱਖ ਆਪਸ ਵਿੱਚ ਮਿਲਣ ਬੜੇ ਪਿਆਰ ਦੇ ਨਾਲ ਗੁਰਫਤਿਹ ਦੀ ਸਾਂਝ ਕਰਨੀ ਹੈ। ਗੁਰੂ ਕੇ ਸਿੱਖ ਨੇ ਦੂਸਰੇ ਸਿੱਖ ਨੂੰ ਬੜੀ ਭਾਵਨਾ ਦੇ ਨਾਲ ਮਿਲਣਾ ਕਿ ਇਹ ਮੇਰੇ ਗੁਰੂ ਕਾ ਸਿੱਖ ਹੈ, ਮੇਰਾ ਗੁਰ ਭਾਈ ਹੈ। ਪਰ ਗੁਰਮੁਖ ਪਿਆਰੋ, ਕਈ ਵਾਰ ਹਾਲਾਤ ਇਸ ਤੋਂ ਉਲਟ ਹੁੰਦੇ ਆ, ਆਪਾਂ ਗੁਰੂ ਕੀ ਸਿੱਖਿਆ ਨੂੰ ਭੁੱਲ ਜਾਂਦੇ ਹਾਂ। ਸਿੱਖ ਨੂੰ ਜਦੋਂ ਦੂਜਾ ਸਿੱਖ ਵੇਖਦਾ ਹੈ ਉਹਨੂੰ ਪਿਆਰ ਨਾਲ ਭੱਜ ਕੇ ਫਤਿਹ ਬੁਲਾਉਣ ਦੀ ਗੱਲ ਤਾਂ ਦੂਰ, ਇੰਨੀਆਂ ਕੁ ਤਿਉੜੀਆਂ ਦੂਜੇ ਸਿੱਖ ਦੇ ਮੱਥੇ ਵਿੱਚ ਪੈ ਜਾਂਦੀਆਂ ਵੀ ਹੋਰ ਪੈਣ ਨੂੰ ਜਗ੍ਹਾ ਨਹੀਂ ਰਹਿੰਦੀ। ਇੰਨਾ ਕੁ ਸਾਡੇ ਵਿੱਚ ਈਰਖਾ ਵਗੈਰਾ ਭਰੀ ਹੋਈ ਹੈ, ਇੰਨੇ ਕੁ ਅਸੀਂ ਹਉਮੈ ਹੰਕਾਰ ਦੇ ਭਰੇ ਹੋਏ ਹੈ। ਪਰ ਜਿਹੜੇ ਅਸਲ ਗੁਰੂ ਕੇ ਸਿੱਖ ਹੈ ਉਹਨਾਂ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਉਹ ਇਹ ਉਪਦੇਸ਼ ਮੰਨਣਾ ਇਹ ਬਹੁਤ ਵੱਡੀ ਗੱਲ ਹੈ। ਉਹ ਇਸ ਉਪਦੇਸ਼ ਦੇ ਧਾਰਨੀ ਹੁੰਦੇ ਹੈ ਤੇ ਗੁਰੂ ਕਾ ਸਿੱਖ ਆਪਸ ਦੇ ਵਿੱਚ ਫਿਰ ਜਦੋਂ ਇਹ ਮਿਲਦੇ ਹੈ ਤੇ ਮਿਲ ਕੇ ਗੁਰਮੁਖ ਪਿਆਰਿਓ ਬੜੀ ਭਾਵਨਾ ਦੇ ਨਾਲ ਇੱਕ ਦੂਜੇ ਨੂੰ ਗੁਰਫਤਿਹ ਦੀ ਸਾਂਝ ਕਰਦੇ ਆ, ਇੱਕ ਦੂਜੇ ਨੂੰ ਪਿਆਰ ਦੇ ਨਾਲ ਮਿਲਦੇ ਆ। ਕਿਉਂਕਿ ਗੁਰੂ ਕਾ ਸਿੱਖ ਦੂਸਰੇ ਭਾਵਨਾ ਵਾਲੇ ਗੁਰੂ ਕੇ ਸਿੱਖਾਂ ਦੀ ਚਰਨ ਧੂੜੀ ਨੂੰ ਲੋਚਦਾ। ਜੇ ਕਦੇ ਭਾਈ ਗੁਰਦਾਸ ਸਾਹਿਬ ਜੀ ਨੂੰ ਪੜ੍ਹੀਏ ਤਾਂ ਭਾਈ ਗੁਰਦਾਸ ਜੀ ਦੀ ਬਾਣੀ ਦੇ ਵਿੱਚ ਨਾ ਗੁਰਮੁਖ ਪਿਆਰਿਓ ਗੁਰਸਿੱਖੀ ਪ੍ਰਤੀ ਇੰਨੀ ਸ਼ਰਧਾ ਭਾਵਨਾ ਭਰੀ ਹੋਈ ਹੈ ਵੀ ਜਿਹੜਾ ਵੀ ਗੁਰਮੁਖ ਪਿਆਰਾ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਲਵੇਗਾ ਨਾ ਉਹ ਕਦੇ ਸਿੱਖੀ ਤੋਂ ਟੁੱਟੇਗਾ ਨਹੀਂ। ਵਿਦਵਾਨ ਮਹਾਂਪੁਰਖਾਂ ਦਾ ਤਾਂ ਇੱਥੋਂ ਤੱਕ ਕਥਨ ਹੈ ਕਿ ਸਿੱਖੀ ਨੂੰ ਸਾਜਿਆ ਗੁਰੂ ਸਾਹਿਬਾਨ ਨੇ ਹੈ ਤੇ ਸਮਝਿਆ ਭਾਈ ਗੁਰਦਾਸ ਜੀ ਨੇ ਹੈ। ਜੇ ਸਿੱਖੀ ਨੂੰ ਅਸਲ ਰੂਪ ਵਿੱਚ ਕਿਸੇ ਨੇ ਸਮਝਣਾ ਹੈ ਤਾਂ ਗੁਰਸਿੱਖ ਪਿਆਰਿਓ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਪੜ੍ਹਨਾ ਅਤੀ ਜ਼ਰੂਰੀ ਹੈ।
ਪੁਰਾਤਨ ਸਮਿਆਂ ਦੇ ਵਿੱਚ ਤਾਂ ਸੰਪਰਦਾਵਾਂ ਟਕਸਾਲਾਂ ਦੇ ਵਿੱਚ ਜਿੰਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਕਰਨ ਤੋਂ ਬਾਅਦ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰੂ ਕਾ ਸਿੱਖ ਨਹੀਂ ਪੜ੍ਹ ਲੈਂਦਾ ਸੀ ਖਾਲਸਾ, ਉਨੀ ਦੇਰ ਤੱਕ ਉਹਨੂੰ ਗੁਰੂ ਕੀ ਤਾਬਿਆ ਬੈਠ ਕੇ ਅਖੰਡ ਪਾਠ ਸਹਿਜ ਪਾਠ ਦੀ ਰੌਲ ਲਾਉਣ ਦਾ ਹੁਕਮ ਨਹੀਂ ਹੁੰਦਾ ਸੀ ਕਿ ਪਹਿਲਾਂ ਗੁਰਸਿੱਖੀ ਨੂੰ ਚੰਗੀ ਤਰ੍ਹਾਂ ਸਮਝੋ। ਕਿਉਂਕਿ ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਆ ਨਾ ਗੁਰਮੁਖ ਪਿਆਰਿਓ, ਇਹਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੀ ਕੁੰਜੀ ਹੋਣ ਦਾ ਮਾਣ ਬਖਸ਼ਿਆ। ਗੁਰਬਾਣੀ ਕੀ ਕੁੰਜੀ ਬਾਣੀ ਜੋ ਭਾਈ ਗੁਰਦਾਸ ਬਖਾਣੀ। ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹ ਇੱਕ ਖਜ਼ਾਨਾ ਨੇ, ਤੇ ਇਹ ਖਜ਼ਾਨੇ ਨੂੰ ਖੋਲ੍ਹਣ ਲਈ, ਇਹਦਾ ਤਾਲਾ ਖੋਲ੍ਹਣ ਲਈ, ਇਹਨੂੰ ਸਮਝਣ ਦੇ ਲਈ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਨੀ ਅਤੀ ਜ਼ਰੂਰੀ ਹੈ ਗੁਰੂ ਕੇ ਸਿੱਖ ਦੇ ਵਾਸਤੇ। ਤੇ ਭਾਈ ਗੁਰਦਾਸ ਜੀ ਬੜੀ ਭਾਵਨਾ ਦੇ ਨਾਲ ਬਚਨ ਕਰਦੇ ਆ, ਕਹਿੰਦੇ ਨਖ ਸਿੱਖ ਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀ ਹੈ। ਕਹਿੰਦੇ ਨਖ ਤੋਂ ਲੈ ਕੇ ਤੇ ਸਿੱਖ ਭਾਵ ਪੈਰ ਦੇ ਅੰਗੂਠੇ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਦੇ ਜਿੰਨੇ ਵੀ ਅੰਗ ਆ ਨਾ, ਸਗਲ ਅੰਗ ਜਿੰਨੇ ਵੀ ਆ ਰੋਮ ਰੋਮ ਕਰ, ਕਹਿੰਦੇ ਇਹਨਾਂ ਨੂੰ ਰੋਮ ਰੋਮ ਵਾਲ ਦੀ ਤਰ੍ਹਾਂ ਬਰੀਕ ਬਰੀਕ ਕਰਕੇ ਕੱਟ ਦਿੱਤਾ ਜਾਵੇ। ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀ ਹੈ। ਕਹਿੰਦੇ ਫਿਰ ਕੱਟ ਕੱਟ ਕੇ ਇਹਨਾਂ ਨੂੰ ਬਰੀਕ ਕਰਕੇ ਇੰਨੇ ਸਿੱਖਾਂ ਦੇ ਚਰਨਾਂ ਦੇ ਉੱਤੋਂ ਮੈਂ ਵਾਰ ਦੇਵਾਂ। ਵੇਖੋ ਗੁਰਸਿੱਖਾਂ ਦਾ ਕਿੰਨਾ ਸਤਿਕਾਰ ਭਾਈ ਗੁਰਦਾਸ ਜੀ ਦੱਸਦੇ ਆ ਕਿ ਕਿਵੇਂ ਗੁਰੂ ਕੇ ਸਿੱਖ ਨੇ ਦੂਸਰੇ ਸਿੱਖ ਦਾ ਸਤਿਕਾਰ ਕਰਨਾ। ਇਸੇ ਤਰ੍ਹਾਂ ਕਹਿੰਦੇ ਅਗਨ ਜਲਾਏ ਫੁਨ ਪੀਸਨ ਪਿਸਾਏ ਤਾਹੇ, ਕਹਿੰਦੇ ਉਹ ਜਿਹੜੇ ਟੁਕੜੇ ਕੀਤੇ ਹੋਣ ਉਹਨਾਂ ਨੂੰ ਅਗਨੀ ਦੇ ਵਿੱਚ ਜਲਾ ਦਿੱਤਾ ਜਾਵੇ। ਜਲਾਉਣ ਤੋਂ ਬਾਅਦ ਜਿਹੜੇ ਉਹਦੇ ਕੋਲੇ ਹੋਣ ਉਹਨਾਂ ਨੂੰ ਬਰੀਕ ਪਾਊਡਰ ਬਣਾ ਲਿਆ ਜਾਵੇ, ਪੀਸ ਕੇ ਉਹਨਾਂ ਦੀ ਜਿਹੜੀ ਸਵਾਹ ਹੈ ਉਹਨੂੰ ਬਿਲਕੁਲ ਮਹੀਨ ਬਰੀਕ ਕਰ ਲਿਆ ਜਾਵੇ। ਲੈ ਉੱਡੇ ਪਵਨ ਹੋਏ ਅਨਕ ਪ੍ਰਕਾਰੀ ਹੈ। ਕਹਿੰਦੇ ਫਿਰ ਹਵਾ ਆਵੇ, ਹਵਾ ਜਿਹੜੀ ਹੈ ਉਹਨਾਂ ਨੂੰ ਅਨਕ ਪ੍ਰਕਾਰ ਭਾਵ ਬਹੁਤ ਜਗ੍ਹਾ ਦੇ ਵਿੱਚ ਖੰਡਾ ਦੇਵੇ ਜਾ ਕੇ ਸਰੀਰ ਦੇ ਅੰਗਾਂ ਦੀ ਸਵਾਹ ਨੂੰ, ਉਸ ਪਾਊਡਰ ਨੂੰ। ਤੇ ਭਾਈ ਸਾਹਿਬ ਜੀ ਕਹਿੰਦੇ ਜਿੱਥੇ ਕਿਤੇ ਵੀ ਗੁਰੂ ਕੇ ਸਿੱਖ ਚਰਨ ਧਰਦੇ ਆ ਨਾ, ਗੁਰੂ ਵੱਲ ਚੱਲ ਕੇ ਜਾਂਦੇ ਆ ਜਿਹੜੇ ਗੁਰੂ ਦਰਸ਼ਨ ਕਰਨ ਦੇ ਵਾਸਤੇ, ਕਹਿੰਦੇ ਫਿਰ ਮੇਰੀ ਉਹ ਸਵਾਹ ਨੂੰ, ਮੇਰੇ ਅੰਗਾਂ ਦੀ ਉਹ ਰਾਖ ਨੂੰ ਕਹਿੰਦੇ ਉਹਨਾਂ ਸਿੱਖਾਂ ਦੇ ਲੰਘਣ ਵਾਲੇ ਰਸਤੇ ਦੇ ਵਿੱਚ ਵਿਛਾ ਦਿੱਤਾ ਜਾਵੇ, ਤਾਂ ਕਿ ਚਰਨ ਧੂੜ ਉਹਨਾਂ ਗੁਰਸਿੱਖਾਂ ਦੀ ਮੈਨੂੰ ਮਿਲਦੀ ਰਹੇ। ਗੁਰਸਿੱਖਾਂ ਕੀ ਹਰ ਧੂੜ ਦੇਹੇ ਹਮ ਪਾਪੀ ਭੀਗਤ ਪਾਹੇ। ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮਿਲੇ। ਜਤ ਕਤ ਸਿੱਖ ਪਗ ਧਰੈ ਗੁਰਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੈ ਡਾਰੀ ਹੈ। ਕਹਿੰਦੇ ਉਹ ਰਸਤੇ ਦੇ ਵਿੱਚ ਭਸਮ ਸਰੀਰ ਦੀ ਜਿਹੜੀ ਸਵਾਹ ਹੈ ਉਹਨੂੰ ਖਿੰਡਾ ਦਿੱਤਾ ਜਾਵੇ। ਤੇਹ ਪਦ ਪਾਦਕ ਚਰਨ ਲਿਵ ਲਾਗੀ ਰਹਿ, ਦਇਆ ਕੈ ਦਇਆਲ ਮੋਹਿ ਪਤਤ ਉਧਾਰੀ ਹੈ। ਕਹਿੰਦੇ ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਮੈਨੂੰ ਮਿਲਦੀ ਰਹੇ, ਉਹਨਾਂ ਗੁਰਸਿੱਖਾਂ ਦੇ ਚਰਨਾਂ ਦੇ ਨਾਲ ਲੱਗ ਕੇ ਮੈਂ ਮਹਾਰਾਜ ਸੱਚੇ ਪਾਤਸ਼ਾਹ ਮੈਂ ਆਨੰਦ ਲੈਂਦਾ ਰਹਾ। ਮੈਂ ਉਹਨਾਂ ਸਿੱਖਾਂ ਦੇ ਚਰਨਾਂ ਦੇ ਵਿੱਚ ਜਦੋਂ ਮੇਰੇ ਚਰਨਾਂ ਦੀ ਧੂੜ ਲੱਗੇ ਤੇ ਮੇਰੀ ਲਿਵ ਤੁਹਾਡੇ ਚਰਨਾਂ ਦੇ ਨਾਲ ਲੱਗੀ ਰਹੇਗੀ, ਕਿਉਂਕਿ ਸਿੱਖ ਤੁਹਾਡੇ ਦੁਆਰੇ ਵੱਲ ਜਾ ਰਹੇ ਹੈ ਤੇ ਸੁਰਤੀ ਉਹਨਾਂ ਦੀ ਤੁਹਾਡੇ ਨਾਲ ਜੁੜੀ ਹੋਈ ਹੈ। ਤੇ ਉਹਨਾਂ ਸੁਰਤੀ ਜੁੜੇ ਹੋਏ ਗੁਰਸਿੱਖਾਂ ਦੇ ਚਰਨਾਂ ਦੇ ਵਿੱਚ ਮੇਰੇ ਸਰੀਰ ਦੀ ਸਵਾਹ ਵਿਛਾ ਦਿੱਤੀ ਜਾਵੇ ਨਾ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਸ ਪ੍ਰਕਾਰ ਦਇਆ ਕੈ ਦਇਆਲ ਮੋਹਿ ਪਤਤ ਉਧਾਰੀ ਹੈ। ਹੇ ਦਇਆ ਦੇ ਦਇਆਲੂ, ਦਇਆ ਦੇ ਘਰ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਵਰਗੇ ਪਾਪੀ ਦਾ ਵੀ ਉਧਾਰ ਹੋ ਜਾਵੇ। ਦੇਖੋ ਕਿੰਨਾ ਸਤਿਕਾਰ ਗੁਰੂ ਕੇ ਸਿੱਖਾਂ ਦਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਦੋਂ ਗੁਰੂ ਕਾ ਸਿੱਖ ਦੂਸਰੇ ਗੁਰੂ ਕੇ ਸਿੱਖ ਨੂੰ ਮਿਲੇ ਤੇ ਕਹਿੰਦੇ ਬੜੀ ਭਾਵਨਾ ਦੇ ਨਾਲ ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਗੁਰ ਫਤਿਹ ਦੀ ਸਾਂਝ ਬੜੇ ਪਿਆਰ ਦੇ ਨਾਲ ਉੱਚੀ ਗੱਜ ਵੱਜ ਕੇ ਕਰਨੀ ਹੈ। ਇੱਕ ਦੂਜੇ ਨੂੰ ਮਿਲਦਿਆਂ ਮਨ ਦੇ ਵਿੱਚ ਆਨੰਦ ਖੇੜਾ ਆ ਜਾਣਾ ਚਾਹੀਦਾ। ਇਸੇ ਪ੍ਰਕਾਰ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀਆਂ ਇਹ ਸਿੱਖ ਸੰਗਤਾਂ ਗੁਰੂ ਕੇ ਦਰਸ਼ਨ ਦੀਦਾਰ ਕਰਨ ਦੇ ਲਈ ਆਉਂਦੀਆਂ, ਗੁਰੂ ਕੇ ਸਿੱਖ ਇੱਕ ਦੂਜੇ ਨੂੰ ਮਿਲਦੇ ਆ, ਇੱਕ ਦੂਜੇ ਦਾ ਬੜਾ ਅਦਬ ਸਤਿਕਾਰ ਕਰਦੇ ਆ, ਮਿਲ ਕੇ ਆਨੰਦ ਪ੍ਰਸੰਨ ਹੁੰਦੇ ਹਨ। ਭਰਾਤਾ ਸੰਗ ਭਰਾਤਾ ਬ੍ਰਿੰਦ। ਹਾਂ, ਜਿਵੇਂ ਇੱਕ ਭਰਾ ਦੂਸਰੇ ਸਕੇ ਭਰਾ ਨੂੰ ਮਿਲਦਾ, ਇਸੇ ਤਰ੍ਹਾਂ ਸਾਰੇ ਆਪਸ ਵਿੱਚ ਮਿਲਦੇ ਹਨ। ਖਾਲਸਾ ਸਤਿਰਣ ਧਾਰੇ। ਹਾਂ, ਇੱਧਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਜਿਹੜੀ ਰੀਤੀ ਚਲਾ ਕੇ ਖੰਡੇ ਕੀ ਪਾਹੁਲ ਬਖਸ਼ਿਸ਼ ਕਰਕੇ ਸਿੱਖਾਂ ਨੂੰ ਖਾਲਸੇ ਬਣਾ ਦਿੱਤਾ ਤੇ ਉਹ ਖਾਲਸੇ ਗੁਰੂ ਕੇ ਸ਼ਸਤਰ ਧਾਰੀ ਹੋ ਗਏ। ਪੂਜਾ ਮੇਲੇ ਪਰ ਹੋਏ ਭਾਰੀ।
ਹਾਂ, ਇਸ ਪ੍ਰਕਾਰ ਬਹੁਤ ਸਾਰੀਆਂ ਸਿੱਖ ਸੰਗਤਾਂ ਇਕੱਤਰ ਹੁੰਦੀਆਂ, ਸੰਗਤਾਂ ਦਾ ਜੋੜ ਮੇਲਾ ਹੁੰਦਾ ਹੈ ਤੇ ਜੋੜ ਮੇਲੇ ਦੇ ਕਾਰਨ ਜਿਹੜੀ ਬਹੁਤ ਸਾਰੀ ਪੂਜਾ, ਬਹੁਤ ਸਾਰੀ ਸੰਗਤਾਂ ਦੀ ਕਾਰ ਸੇਵਾ ਇਕੱਤਰ ਹੋ ਜਾਂਦੀ ਹੈ। ਇੱਕ ਦਿਨ ਸਿੰਘ ਸਮਤ ਕੇ ਧਾਰੀ, ਇਸ ਪ੍ਰਕਾਰ ਇੱਕ ਦਿਨ ਜਿਹੜੇ ਸਮੱਤ ਦੇ ਧਾਰਨੀ ਗੁਰੂ ਕੇ ਸਿੱਖ ਭਾਵ ਵਿਦਵਾਨ ਸੱਜਣ, ਬਹੁਤ ਸੂਝਵਾਨ ਜਿਹੜੇ ਗੁਰੂ ਕੇ ਸਿੱਖ ਹਨ, ਬੈਠ ਪਰਸ ਪਰ ਗਿਰਾ ਉਚਾਰੇ, ਆਪਸ ਵਿੱਚ ਬੈਠ ਕੇ ਉਹਨਾਂ ਨੇ ਵਿਚਾਰ ਕੀਤੀ, ਗਿਰਾ ਉਚਾਰੀ, ਗੱਲਬਾਤ ਕਰ ਰਹੇ ਹਨ। ਸਤਿਗੁਰ ਕੋ ਦਰਸ਼ਨ ਅਤ ਸੂਹਤ, ਭਾਵਨਾ ਵਿੱਚ ਆ ਕੇ ਗੁਰੂ ਕੇ ਸਿੱਖ ਵਾਚਨ ਕਰ ਰਹੇ ਆ ਕਿ ਸਤਿਗੁਰੂ ਧੰਨ ਕਲਗੀਆਂ ਵਾਲੇ ਪਾਤਸ਼ਾਹ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜਦੋਂ ਆਪਾਂ ਦਰਸ਼ਨ ਕਰਦੇ ਆ ਨਾ, ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਸ਼ਨ ਬੜੇ ਸ਼ੋਭਾ ਵਾਲੇ ਹੁੰਦੇ ਆ, ਬੜੇ ਸੋਹਤ, ਬੜੇ ਸੋਹਣੇ ਲੱਗਣ ਵਾਲੇ ਦਰਸ਼ਨ ਹਨ ਸਤਿਗੁਰੂ ਦੇ। ਦੇਖਣ ਕਰੇ ਸਭਨ ਮਨ ਮੋਹਤ, ਹਾਂ, ਜਿਹੜਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆ ਕੇ ਦਰਸ਼ਨ ਕਰ ਲੈਂਦਾ ਨਾ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਦੀਦਾਰ ਐਸਾ ਹੈ, ਸਤਿਗੁਰੂ ਜੀ ਦੇ ਦੀਦਾਰ ਕਰਕੇ ਮਨ ਮੋਹਿਆ ਜਾਂਦਾ ਹੈ। ਏਕ ਬਨੇ ਕੰਚਨ ਕੋ ਮੰਦਰ, ਗੁਰੂ ਕੇ ਸਿੱਖ ਕਹਿੰਦੇ ਵੀ ਸੰਗਤਾਂ ਦੀ ਕਾਰ ਭੇਟਾ ਬਹੁਤ ਆਉਂਦੀ ਹੈ ਗੁਰੂ ਘਰ ਦੇ ਵਿੱਚ। ਕਹਿੰਦੇ ਜੇ ਕਦੇ ਐਸਾ ਹੋ ਜਾਵੇ ਕਿ ਇੱਕ ਜਿਹੜਾ ਸੋਨੇ ਦਾ ਮੰਦਰ, ਸੋਨੇ ਦਾ ਕਮਰਾ ਤਿਆਰ ਕਰ ਲਈਏ ਆਪਾਂ, ਜੇਬ ਜਵਾਹਰ ਬਾਹਰ ਅੰਦਰ, ਤੇ ਇਹ ਜਿਹੜਾ ਸੋਨੇ ਦਾ ਕਮਰਾ ਨਾ, ਇਹਦੇ ਅੰਦਰ ਅਤੇ ਬਾਹਰ ਜਿਹੜੇ ਬੜੇ ਕੀਮਤੀ ਰਤਨ ਜਵਾਹਰ ਆਦਿਕ ਦੇ ਨਾਲ ਕੰਧਾਂ ਨੂੰ ਜੜ ਦਈਏ, ਦਰ ਪਰ ਮੁਕਤਾ ਝਾਲਰ ਹੋਏ, ਤੇ ਜਿਹੜਾ ਉਹ ਕਮਰੇ ਦਾ ਉਹ ਦਰਵਾਜ਼ਾ ਹੋਵੇ ਨਾ, ਤੇ ਗੁਰੂ ਕੇ ਸਿੱਖ ਆਪਸ ਵਿੱਚ ਵਿਚਾਰ ਕਰਦੇ ਆ, ਕਹਿੰਦੇ ਉਹਦੇ ਜਿਹੜੀ ਦਰਵਾਜ਼ੇ ਦੇ ਉੱਤੇ ਝਾਲਰ ਲਾਉਣੀ ਆ ਨਾ, ਉਹਦੇ ਵਿੱਚ ਵੀ ਮੁਕਤੇ ਵਗੈਰਾ ਜਿਹੜੇ ਕੀਮਤੀ ਜਿਹੜੇ ਲਾਲ ਵਗੈਰਾ ਜੜੇ ਹੋਏ ਹੋਣ, ਅਜੇ ਚਤਰ ਕਾਰੀਗਰ ਜੋਏ, ਤੇ ਇਸ ਘਰ ਨੂੰ, ਇਸ ਕਮਰੇ ਨੂੰ ਕੋਈ ਜਿਹੜਾ ਕੁਸ਼ਲ ਕਾਰੀਗਰ ਹੈ ਨਾ, ਚੰਗਾ ਮਿਸਤਰੀ ਹੈ, ਸੋ ਇਸ ਪ੍ਰਕਾਰ ਦਾ ਘਰ ਉਹ ਬਣਾਵੇ। ਸ੍ਰੀ ਸਤਿਗੁਰ ਬਹੁਮੋਲੇ ਚੀਰ, ਇੰਨਾ ਸੁੰਦਰ ਜਿਹੜਾ ਸੋਨੇ ਦਾ ਘਰ ਤਿਆਰ ਹੋਵੇ, ਹੀਰੇ ਲਾਲਾਂ ਦੇ ਨਾਲ ਜੜਿਆ ਹੋਇਆ, ਤੇ ਸੁਭਾਏਮਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਨੇ ਬਹੁ ਮੁੱਲੇ ਕੀਮਤੀ ਵਸਤਰ ਪਹਿਨੇ ਹੋਣ, ਏਕ ਰੰਗ ਕੇ ਧਰੇ ਸਰੀਰ, ਬਿਲਕੁਲ ਇੱਕੋ ਰੰਗ ਦੇ ਸਾਰੇ ਵਸਤਰ ਉਹਨਾਂ ਨੇ ਸਰੀਰ ਦੇ ਉੱਤੇ ਧਾਰਨ ਕੀਤੇ ਹੋਣ, ਤਨ ਤੇ ਜੰਗੇ ਹੀਰੇ ਆਦ ਜਰਾਓ, ਹਾਂ, ਤੇ ਜਿਹੜੇ ਵਸਤਰ ਸਤਿਗੁਰੂ ਜੀ ਨੇ ਪਹਿਨੇ ਹੋਣ ਨਾ, ਉਹ ਵੀ ਹੀਰੇ ਜਵਾਹਰਾਤਾਂ ਆਦਿ ਦੇ ਨਾਲ ਜੜਾਊ ਹੋਏ ਹੋਣ, ਹੀਰੇ ਜਵਾਹਰਾਤ ਉਹਨਾਂ ਉੱਤੇ ਕੀਮਤੀ ਲੱਗੇ ਹੋਣ, ਭੂਖਣ ਕੋ ਸਮਦਾਓ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਹੁਤ ਕੀਮਤੀ ਹੀਰੇ ਜਵਾਹਰਾਤਾਂ ਵਾਲੇ ਜਿਹੜੇ ਅਭੂਖਣ ਪਹਿਨੇ ਹੋਣ, ਚੰਗੇ ਗਹਿਣੇ ਪਹਿਨੇ ਹੋਣ, ਜਿਹੜੇ ਚਮਕਾਂ ਦਮਕਾਂ ਮਾਰ ਰਹੇ ਹੋਣ, ਸੋ ਕਲਕੀ ਸਿਰ ਪਰ ਧਾਰੇ, ਫਿਰ ਸਤਿਗੁਰੂ ਜੀ ਦੇ ਸੁੰਦਰ ਸੀਸ ਦੇ ਉੱਤੇ ਜੋ ਸੁੰਦਰ ਦਸਤਾਰ ਦੁਮਾਲਾ ਸਜਾਇਆ ਹੋਵੇ ਨਾ, ਤੇ ਉਹਦੇ ਉੱਤੇ ਜਿਗਾ ਕਲਗੀ, ਜਿਹੜਾ ਇਹ ਪਾਤਸ਼ਾਹੀ ਦੇ ਜਿਹੜੇ ਲਖਾਇਕ ਜਿਗਾ ਕਲਗੀ ਹੈ, ਬਾਦਸ਼ਾਹੀ ਦਾ ਲਖਾਇਕ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਸੁਭਾਏਮਾਨ ਹੋਵੇ, ਸ੍ਰੀ ਕਿਰਪਾਨ ਕੋ ਡਾਰੇ, ਤੇ ਗਾਤਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਹੁਤ ਸੁੰਦਰ ਕਿਰਪਾਨ ਸ੍ਰੀ ਸਾਹਿਬ ਪਹਿਨੀ ਹੋਵੇ, ਤਰਕਸ ਜਰੇ ਜਵਾਹਰ ਲਾਲ ਜਾਲ, ਤੇ ਇਸੇ ਤਰ੍ਹਾਂ ਜਿਹੜਾ ਤਰਕਸ਼ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਭੱਥਾ ਨਾ, ਜਿਹਦੇ ਵਿੱਚ ਤੀਰ ਰੱਖਦੇ ਆ, ਤੇ ਉਹ ਵੀ ਜਵਾਹਰ ਲਾਲਾਂ ਦੇ ਨਾਲ ਜੜਿਆ ਹੋਇਆ ਹੋਵੇ, ਉਹਦੇ ਉੱਪਰ ਜਵਾਹਰ ਦੇ ਨਾਲ ਜੜੀ ਹੋਈ ਜਾਲੀ ਜਿਹੜੀ ਹੈ ਉਹਦਾ ਜਾਲ ਬੰਨਿਆ ਹੋਵੇ, ਮੁਕਤਾ ਮਾਲ, ਤੇ ਇਹਦੇ ਚੁਗਿਰਦੇ ਆਲੇ ਦੁਆਲੇ ਦੇ ਉੱਤੇ ਮੁਕਤੇ ਮੋਤੀਆਂ ਦੀ ਮਾਲਾ ਜਿਹੜੀ ਲਪੇਟੀ ਹੋਵੇ, ਲੜੀ, ਇਸ ਕੋ ਧਰੇ ਧਨਕ ਲੈ ਹਾਥ, ਤੇ ਸਤਿਗੁਰ ਸੱਚੇ ਪਾਤਸ਼ਾਹ ਐਸਾ ਸੁੰਦਰ ਜਿਹੜਾ ਤਰਕਸ਼ ਹੈ ਉਹ ਪਹਿਨਣ, ਤੇ ਹੱਥ ਵਿੱਚ ਸੁੰਦਰ ਸਤਿਗੁਰ ਦੇ ਧਨੁੱਖ ਫੜਿਆ ਹੋਵੇ, ਸੋਭਾ ਜੁਤ ਹੋਏ ਗੁਰਨਾਥ, ਇਸ ਪ੍ਰਕਾਰ ਦੀ ਸ਼ੋਭਾ ਦੇ ਨਾਲ, ਦੁਤੀ ਦੇ ਨਾਲ, ਫੱਬ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਸਜੇ ਹੋਏ ਹੋਣ, ਕੰਚਨ ਸਦਨ ਬਿਰਾਜੇ ਫਿਰੇ, ਫਿਰ ਕਹਿੰਦੇ ਉਹ ਜਿਹੜਾ ਸੋਨੇ ਦਾ ਕਮਰਾ ਤਿਆਰ ਕੀਤਾ ਹੋਵੇ ਨਾ, ਉਹਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਆ ਕੇ ਸਜ ਜਾਣ। ਇਸ ਪ੍ਰਕਾਰ ਹਮ
ਤੇਰੇ। ਤੇ ਇਸ ਪ੍ਰਕਾਰ ਕਹਿੰਦੇ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਫਿਰ ਦਰਸ਼ਨ ਕਰਨ ਦੇ ਲਈ ਜਾਈਏ। ਸੁੰਦਰ ਸੋਭਾ ਹੋਏ ਵਿਸਾਲਾ। ਤੇ ਵੇਖੋ ਕਹਿੰਦੇ ਫਿਰ ਕਿੰਨੀ ਸੁੰਦਰ ਸੋਭਾ ਹੋਵੇਗੀ ਸਤਿਗੁਰੂ ਦੇ ਘਰ ਦੀ, ਸਤਿਗੁਰੂ ਦੇ ਦਰ ਦੀ। ਦਰਸ਼ਨ ਕਰਕੇ ਕਿੰਨਾ ਆਨੰਦ ਆਵੇਗਾ ਐਸੀ ਸੁੰਦਰ ਸੋਭਾ ਵੇਖ ਕੇ। ਤੇ ਹਮ ਦੇਖ ਦਿਸ ਕਾਲਾ। ਫਿਰ ਕਹਿੰਦੇ ਸਤਿਗੁਰੂ ਜੀ ਦੇ ਦਰਸ਼ਨ ਕਰੀ ਜਾਈਏ, ਇੱਕ ਟੱਕ ਕਰੀ ਜਾਈਏ, ਅਸੀਂ ਤ੍ਰਿਪਤ ਨਹੀਂ ਹੋ ਸਕਦੇ ਫਿਰ, ਕਿਉਂਕਿ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਤਾਂ ਇਹ ਲੱਗਦਾ ਕਿ ਸਤਿਗੁਰੂ ਦੇ ਦਰਸ਼ਨ ਦਿਦਾਰੇ ਕਰਦੇ ਹੀ ਰਹੀਏ, ਅਸੀਂ ਤ੍ਰਿਪਤ ਨਾ ਹੋਈਏ, ਹਮੇਸ਼ਾ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਹੀ ਰਹੀਏ। ਮੇਰੇ ਸਿੰਘ ਅਸ ਮਸਲਤ ਕਰਨੇ। ਇਹ ਜਿਹੜੇ ਮਿਲੇ ਹੋਏ ਆ ਨਾ ਸਿੰਘ ਆਪਸ ਦੇ ਵਿੱਚ ਬੈਠੇ ਆ ਜੁੜ ਕੇ, ਇਸ ਪ੍ਰਕਾਰ ਆਪਸ ਦੇ ਵਿੱਚ ਮਸਲਤ ਸਲਾਹ ਮਸ਼ਵਰਾ ਕਰ ਰਹੇ ਹਨ। ਸਤਿਗੁਰ ਪ੍ਰੇਮ ਹਿਰਦੇ ਬਹੁ ਧਰੇ। ਸਤਿਗੁਰੂ ਜੀ ਦਾ ਪ੍ਰੇਮ ਇਹਨਾਂ ਨੇ ਸਾਰਿਆਂ ਨੇ ਹਿਰਦੇ ਵਿੱਚ ਬਹੁਤਾ ਹੀ ਟਿਕਾਇਆ ਹੋਇਆ, ਬੜੇ ਪ੍ਰੇਮੀ ਹਨ ਸਤਿਗੁਰੂ ਜੀ ਦੇ। ਸ੍ਰੀ ਗੋਬਿੰਦ ਸਿੰਘ ਸਭ ਕੇ ਸੁਆਮੀ। ਸੁਭਾਏਮਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਹੜੇ ਸਭ ਸੰਗਤਾਂ ਦੇ ਸਿੱਖਾਂ ਦੇ ਮਾਲਕ ਸੁਆਮੀ ਹਨ। ਲੱਖੀ ਬਾਤ ਇਹ ਅੰਤਰਜਾਮੀ। ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਸਤਿਗੁਰ ਸੱਚੇ ਪਾਤਸ਼ਾਹ ਨੇ ਜਦੋਂ ਇਹ ਗੱਲ ਗੁਰਸਿੱਖਾਂ ਦੀ ਜਾਣ ਲਈ ਸ਼ਰਧਾ ਪੂਰਨ ਹਿਤ ਨਿਜ ਦਾਸ। ਤੇ ਆਪਣੇ ਦਾਸਾਂ ਦੀ, ਆਪਣੇ ਸੇਵਕਾਂ ਦੀ, ਸਿੱਖਾਂ ਦੀ ਸ਼ਰਧਾ ਪੂਰੀ ਕਰਨ ਖਾਤਰ ਬੁਲਾਏ ਲਿਖਾਰੀ ਪਾਸ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਲਿਖਾਰੀ ਨੂੰ ਬੁਲਾਇਆ। ਜਿਹੜੇ ਗੁਰੂ ਕੇ ਸਿੱਖ ਗੁਰਦਰਬਾਰ ਦੇ ਵਿੱਚ ਹੁਕਮਨਾਮੇ ਆਦਿਕ ਲਿਖਿਆ ਕਰਦੇ ਸਨ, ਸਤਿਗੁਰ ਦੇ ਸੁਨੇਹੇ ਸੰਗਤਾਂ ਤੱਕ ਪਹੁੰਚਾਉਂਦੇ ਸਨ, ਲਿਖਾਰੀ ਨੂੰ ਕੋਲ ਬੁਲਾ ਲਿਆ। ਸ੍ਰੀ ਮੁਖ ਤੇ ਅਸ ਆਗਿਆ ਕਰੀ। ਤੇ ਸਤਿਗੁਰੂ ਜੀ ਨੇ ਆਪਣੇ ਸ਼ੁਭਾਏਮਾਨ ਪਵਿੱਤਰ ਮੁਖਾਰਬਿੰਦ ਤੋਂ ਇਸ ਪ੍ਰਕਾਰ ਹੁਕਮ ਕੀਤਾ। ਹਰੀ ਮੋਹੇ ਸੰਗਤ ਸੁਖ ਭਰੀ। ਕਹਿੰਦੇ ਜਿਹੜੀ ਮੇਰੀ ਸੰਗਤ ਆ ਨਾ ਇਹ ਸੁੱਖਾਂ ਦੇ ਨਾਲ ਹਰੀ ਭਰੀ ਰਹੇ ਹਮੇਸ਼ਾ। ਲਿਖੋ ਹੁਕਮਨਾਮੇ ਸਭ ਦੇਸ਼। ਹਾਂ ਕਹਿੰਦੇ ਇਹ ਹੁਕਮਨਾਮੇ ਵਿੱਚ ਲਿਖ ਦਿਓ ਜਿਹੜਾ ਆਪਾਂ ਸਾਰੇ ਦੇਸ਼ਾਂ ਨੂੰ ਭੇਜਣਾ, ਸਾਰੇ ਇਲਾਕਿਆਂ ਨੂੰ। ਲਿਆਵੇਂ ਸੁਇਨਾ ਕਾਰ ਅਸੇਸ। ਕਹਿੰਦੇ ਹੁਕਮਨਾਮੇ ਵਿੱਚ ਅਗਲੀ ਲਾਈਨ ਲਿਖੋ ਕਿ ਸੰਗਤਾਂ ਸੋਨੇ ਦੀ ਜਿਹੜੀ ਕਾਰ ਭੇਟ ਹੈ, ਸੋਨਾ ਗੁਰੂ ਘਰ ਦੇ ਵਿੱਚ ਵਿਸ਼ੇਸ਼ ਕਰਕੇ ਬਹੁਤਾ ਸੋਨਾ ਜਿਹੜਾ ਉਹ ਭੇਟ ਕਰਨ। ਬੰਗਲਾ ਗੁਰੂ ਬਣਾਵੇ। ਲਿਖੋ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਬੰਗਲਾ, ਇੱਕ ਕਮਰਾ ਇਹ ਹੇਮ ਦਾ ਸੋਨੇ ਦਾ ਬਣਾਉਣਾ ਚਾਹੁੰਦੇ ਹਨ। ਜਾਂਦੇ ਸਭ ਹੀ ਕੰਚਨ ਲਿਆਵੇ। ਇਸ ਕਰਕੇ ਸਾਰੀ ਸਿੱਖ ਸੰਗਤ ਨੂੰ ਗੁਰੂ ਕਾ ਹੁਕਮ ਹੈ ਕਿ ਕੰਚਨ ਜਿਹੜਾ ਸੋਨਾ ਨਾ ਉਹ ਗੁਰੂ ਘਰ ਦੇ ਵਿੱਚ ਲੈ ਕੇ ਆਉਣ ਭੇਟ ਕਰਨ ਵਾਸਤੇ। ਲਿਖਾਰੀ ਲਿਖ ਸਮੁਦਾਏ। ਲਿਖਾਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕਰਕੇ ਇਹ ਸਾਰੇ ਲਿਖ ਰਿਹਾ ਹੈ। ਦੇਸ ਵਿਦੇਸਨ ਵਿਕੇ ਪਠਾਏ। ਤੇ ਇਸ ਪ੍ਰਕਾਰ ਇਹ ਹੁਕਮਨਾਮੇ ਲਿਖ ਕੇ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਕੇ ਸਿੱਖਾਂ ਦੇ ਹੱਥ ਭੇਜ ਦਿੱਤੇ। ਇੱਕ 20 ਰਜਤ ਪਣ ਤੋਲਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਵੀ ਲਿਖਵਾਇਆ, ਕਹਿੰਦੇ ਜਿਹੜਾ ਸੋਨਾ ਨਾ ਉਹ ਕੋਈ ਆਮ ਸੋਨਾ ਜਾਂ ਮਿਲਾਵਟ ਵਾਲਾ ਗੁਰੂ ਘਰ ਵਿਖੇ ਭੇਟਾ ਨਹੀਂ ਕਰਨਾ। ਕਹਿੰਦੇ ਹੋਏ ਇੱਕ 20 ਰਜਤ ਪਣ ਤੋਲਾ। ਕਹਿੰਦੇ ਜਿਹੜਾ 21 ਰੁਪਏ ਚਾਂਦੀ ਦੇ ਮੁੱਲ ਦਾ ਜਿਹੜਾ ਇੱਕ ਤੋਲਾ ਸੋਨਾ ਆਉਂਦਾ ਨਾ ਉਸ ਵੇਲੇ ਦਾ ਮੁੱਲ ਹੈ ਇਹ। ਕਹਿੰਦੇ 21 ਰੁਪਏ ਚਾਂਦੀ ਦੇ ਇੱਕ ਤੋਲਾ ਜਿਹੜਾ ਸੋਨਾ ਆਉਂਦਾ ਹੈ ਵਧੀਆ ਕਿਸਮ ਦਾ। ਅਸ ਕੁੰਦਨ ਆਨੇ ਬੰਬੁਲਾ। ਐਸਾ ਕਹਿੰਦੇ ਜਿਹੜਾ ਕੁੰਦਨ ਹੋਵੇ, ਜਿਹੜਾ ਸਭ ਤੋਂ ਉੱਤਮ ਕਿਸਮ ਦਾ ਪਰਖਿਆ ਸੋਧਿਆ ਹੋਇਆ ਸੋਨਾ ਹੋਵੇ ਨਾ, 12 ਬੰਨੀ ਦਾ, ਜਿਹਨੂੰ 12 ਤਾ ਦਿੱਤੇ ਹੁਣ ਅੱਗ ਦੇ, ਸ਼ੁੱਧ ਕੀਤਾ ਹੋਵੇ ਚੰਗੀ ਤਰ੍ਹਾਂ। ਸੋ ਕਹਿੰਦੇ ਇਸ ਪ੍ਰਕਾਰ ਦਾ ਜਿਹੜਾ ਕੁੰਦਨ ਸੋਨਾ ਨਾ ਬਹੁਮੁੱਲਾ ਉਹ ਗੁਰੂ ਘਰ ਵਿੱਚ ਭੇਟਾ ਕਰਨ ਸੰਗਤਾਂ। ਹਾਂ ਸਤਿਗੁਰੂ ਜੀ ਕਹਿੰਦੇ ਇਹ ਵੀ ਲਿਖ ਦਿਓ ਵੀ ਜੀ ਐਸਾ ਤੁਹਾਡੇ ਕੋਲ ਨਹੀਂ ਹੈਗਾ ਤਾਂ ਭਾਵੇਂ ਮੁੱਲ ਲੈ ਕੇ ਭੇਟਾ ਕਰੋ। ਹਾਂ ਸਤਿਗੁਰੂ ਜੀ ਕਹਿੰਦੇ ਇਹ ਲਿਖ ਦਿਓ ਵੀ ਜਿੱਥੋਂ ਮਰਜ਼ੀ ਲੈ ਕੇ ਆਓ ਤੇ ਇਹ ਤੋਲ ਕੇ ਗੁਰੂ ਘਰ ਵਿਖੇ ਪਹੁੰਚਾ ਦਿਓ। ਦੂਰ ਨੇੜੇ ਜਿੱਥੇ ਤੱਕ ਵੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਸੀ ਉੱਥੇ ਉੱਥੇ ਇਹ ਹੁਕਮਨਾਮੇ ਭੇਜ ਦਿੱਤੇ ਗਏ।
ਹੁਣ ਜਿਹੜੇ ਜਿਹੜੇ ਵੀ ਸਿੱਖ ਦੇ ਕੋਲ ਇਹ ਹੁਕਮਨਾਮਾ ਜਾਂਦਾ ਹੈ ਤੇ ਉਹਨਾਂ ਨੇ ਕਾਗਜ਼ ਖੋਲ੍ਹਿਆ, ਪੱਤਰਕਾ ਨੂੰ ਖੋਲ੍ਹਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਸ਼ਰਧਾ ਭਾਵਨਾ ਦੇ ਨਾਲ ਮੱਥੇ ਲਾ ਕੇ ਤੇ ਪੜਿਆ ਹੈ। ਲੈ ਲੈ ਕੰਚਨ ਕੋ ਚਲ ਆਏ। ਤੇ ਜਿਹੜੇ ਵੀ ਸਿੱਖ ਨੂੰ ਸਤਿਗੁਰੂ ਜੀ ਦਾ ਹੁਣ ਹੁਕਮ ਪਹੁੰਚੀ ਜਾਂਦਾ ਹੈ ਤੇ ਗੁਰੂ ਕੀ ਸੰਗਤ ਗੁਰਮੁਖ ਪਿਆਰਿਓ ਸਤਿਗੁਰ ਦਾ ਹੁਕਮ ਕਿਵੇਂ ਮੋੜੇ। ਗੁਰੂ ਕੀ ਸੰਗਤਾਂ ਤਾਂ ਬਿਨਾਂ ਕਹੀ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਗੁਰੂ ਘਰ ਵਿੱਚ ਪਤਾ ਨਹੀਂ ਕੌਣ ਕੀ ਭੇਟਾ ਕਰ ਜਾਵੇ, ਕਿੰਨੀ ਬਹੁਮੁੱਲੀ ਵਸਤੂ ਕੋਈ ਭੇਟਾ ਕਰ ਜਾਵੇ। ਗੁਰੂ ਨਾਨਕ ਦੀਆਂ ਸੰਗਤਾਂ ਦੇ ਉੱਤੇ ਬਹੁਤ ਵੱਡੀ ਕਿਰਪਾ ਸਤਿਗੁਰੂ ਸਾਹਿਬਾਨ ਜੀ ਨੇ ਕੀਤੀ ਹੋਈ ਹੈ। ਬਖਸ਼ਦਾ ਸਤਿਗੁਰੂ ਹੈ ਸਭ ਕੁਝ, ਪਰ ਉਹ ਬਖਸ਼ੇ ਹੋਏ ਖਜ਼ਾਨਿਆਂ ਦੇ ਵਿੱਚੋਂ ਗੁਰੂ ਦੀਆਂ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਜਿੱਥੇ ਜਿੱਥੇ ਵੀ ਇਹ ਹੁਕਮਨਾਮੇ ਪਹੁੰਚੇ ਸੋ ਉੱਥੋਂ ਹੀ ਸੋਨਾ ਲੈ ਕੇ ਗੁਰੂ ਘਰ ਵਿਖੇ ਚੱਲੀਆਂ ਆ ਰਹੀਆਂ ਹਨ ਭੇਟਾ ਕਰਨ ਵਾਸਤੇ। ਤੇ ਕੁੰਦਨ ਜਿਹੜਾ ਐ ਕੰਚਨ ਵਧੀਆ 12 ਬੰਨੀ ਦਾ ਸੋਨਾ, ਸ਼ੁਭ ਚੰਗਾ ਸੋਨਾ ਨਾ ਵਧੀਆ ਕਿਸਮ ਦਾ, ਉਹ ਸੰਗਤਾਂ ਲੈ ਕੇ ਆ ਰਹੀਆਂ ਹਨ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਾਰੀ ਨੂੰ ਕਹਿਣ ਲੱਗੇ, ਕਹਿੰਦੇ ਹੋਰ ਇਸ ਤਰ੍ਹਾਂ ਹੁਕਮਨਾਮਾ ਲਿਖੋ। ਜਗਨਨਾਥ ਪਰ ਹੁਕਮ ਪਠੀਜੈ। ਕਹਿੰਦੇ ਦੂਜਾ ਹੁਕਮਨਾਮਾ ਲਿਖੋ ਤੇ ਜਗਨਨਾਥਪੁਰੀ ਜਿੱਥੇ ਵਿਸ਼ਨੂੰ ਭਗਵਾਨ ਦਾ ਮੰਦਿਰ ਹੈ, ਕਹਿੰਦੇ ਜਗਨਨਾਥਪੁਰੀ ਨੂੰ ਵੀ ਇੱਕ ਹੁਕਮ ਲਿਖ ਕੇ ਭੇਜ ਦੇਵੋ। ਹਾਂ, ਕਹਿੰਦੇ ਉੱਥੇ ਭਗਵਾਨ ਕ੍ਰਿਸ਼ਨ ਨੂੰ, ਭਗਵਾਨ ਵਿਸ਼ਨੂੰ ਨੂੰ ਸਾਡਾ ਹੁਕਮਨਾਮਾ ਲਿਖ ਕੇ ਭੇਜੋ। ਗੁਰੂ ਕੇ ਸਿੱਖ ਨੇ, ਲਖਾਰੀ ਸਿੰਘ ਨੇ ਉਹ ਹੁਕਮਨਾਮਾ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਗਨਨਾਥ ਦੇ ਮੰਦਿਰ ਦੇ ਵਾਸਤੇ ਲਿਖ ਦਿੱਤਾ ਕਿ ਤੁਸੀਂ ਵੀ ਸੋਨਾ ਗੁਰੂ ਘਰ ਵਿਖੇ ਭੇਟਾ ਕਰੋ। ਤੇ ਇਸ ਪ੍ਰਕਾਰ ਜਿਹੜਾ ਮੇਵੜਾ ਸੀ ਅਰਦਾਸੀਆ ਸਿੱਖ, ਸੋ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮਨਾਮਾ ਲੈ ਕੇ ਜਗਨਨਾਥਪੁਰੀ ਪਹੁੰਚ ਗਿਆ। ਮੇਵੜਾ ਜਿਹੜਾ ਸ਼ਬਦ ਆ ਨਾ, ਕਿਉਂਕਿ ਪਹਿਲਾਂ ਜਿਹੜੇ ਗੁਰਮੁਖ ਪਿਆਰਿਓ ਇਹ ਸੁਨੇਹੇ ਲੈ ਕੇ ਜਾਣ ਵਾਲੇ ਸਨ, ਉਹ ਮੇਵਾੜ ਦੇ ਲੋਕ ਜਾਂਦੇ ਸਨ। ਡਾਕ ਦੀ ਜਿਹੜੀ ਸੇਵਾ ਰਾਜੇ ਮਹਾਰਾਜੇ ਮੇਵਾੜ ਦੇ ਲੋਕਾਂ ਨੂੰ ਬਖਸ਼ਦੇ ਸਨ, ਉਹ ਮੇਵਾੜ ਦੇ ਵਾਸੀਆਂ ਨੂੰ ਮੇਵੜੇ ਕਿਹਾ ਜਾਂਦਾ ਸੀ। ਸੋ ਉਹ ਜਿਹੜੇ ਸੰਗਤਾਂ ਤੱਕ ਸੁਨੇਹਾ ਪਹੁੰਚਾਉਣ ਵਾਲੇ ਜਾਂ ਗੁਰੂ ਘਰ ਵਿੱਚ ਆਈ ਹੋਈ ਸੰਗਤ ਦਾ ਸੁਨੇਹਾ ਅਰਦਾਸ ਰੂਪ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਦਿੰਦੇ ਸਨ, ਉਹਨਾਂ ਨੂੰ ਮੇਵੜੇ ਕਿਹਾ ਜਾਂਦਾ ਗੁਰੂ ਘਰ ਦੇ ਵਿੱਚ। ਤੇ ਇਹ ਅਰਦਾਸੀਆ ਮੇਵੜਾ ਸਿੱਖ ਸਤਿਗੁਰੂ ਜੀ ਦਾ ਹੁਕਮਨਾਮਾ ਲੈ ਕੇ, ਸਤਿਗੁਰੂ ਜੀ ਦੀ ਪੱਤਰਕਾ ਹੁਕਮ ਲੈ ਕੇ ਜਗਨਨਾਥਪੁਰੀ ਪਹੁੰਚ ਗਿਆ। ਤੇ ਉੱਥੇ ਜਿਹੜੇ ਪ੍ਰਧਾਨ ਮੁਖੀ ਪੰਡਤ ਸਨ ਮੰਦਰ ਦੇ ਪੁਜਾਰੀ, ਉਹਨਾਂ ਨੂੰ ਜਾ ਕੇ ਮਿਲਿਆ। ਸਤਿਗੁਰੂ ਜੀ ਦੀ ਇਹ ਪੱਤਰਕਾ, ਸਤਿਗੁਰੂ ਜੀ ਦਾ ਇਹ ਹੁਕਮਨਾਮਾ ਉਹਨਾਂ ਦੇ ਪਾਨਾ ਹੱਥਾਂ ਵਿੱਚ ਦੇ ਦਿੱਤਾ, ਫੜਾ ਦਿੱਤਾ ਜਾ ਕੇ। ਹੁਣ ਜਦੋਂ ਪੰਡਤਾਂ ਨੇ ਇਹ ਸਤਿਗੁਰੂ ਜੀ ਦਾ ਹੁਕਮਨਾਮਾ ਪੜ੍ਹਿਆ ਕਿ ਗੁਰੂ ਘਰ ਵਿਖੇ ਸੋਨੇ ਦੀ ਲੋੜ ਹੈ ਤੇ ਜਗਨਨਾਥਪੁਰੀ ਦੇ ਮੰਦਿਰ ਦੇ ਵਿੱਚੋਂ ਸੋਨਾ ਜਿਹੜਾ ਭੇਟ ਕੀਤਾ ਜਾਵੇ, ਤਾਂ ਇਹ ਬੜੇ ਬਿਸਮਾਏ, ਬੜੇ ਹੈਰਾਨ, ਬੜੇ ਅਚਰਜ ਹੋ ਗਏ। ਆਪਸ ਵਿੱਚ ਕਰਦੇ ਆ ਗੱਲਾਂ ਬਾਤਾਂ ਤੇ ਸਿੱਖ ਨੂੰ ਪੁੱਛਦੇ ਆ ਵੀ ਐਸਾ ਕੌਣ ਹੈ ਦੁਨੀਆ ਦੇ ਵਿੱਚ ਜਿਹਨੇ ਜਗਨਨਾਥ ਦੇ ਮੰਦਿਰ ਨੂੰ ਹੀ, ਭਗਵਾਨ ਦੇ ਘਰ ਨੂੰ ਹੀ ਹੁਕਮਨਾਮਾ ਕੱਢ ਦਿੱਤਾ ਵੀ ਸਾਨੂੰ ਇੱਥੋਂ ਸੋਨੇ ਦੀ ਲੋੜ ਹੈ। ਕਹਿੰਦੇ ਅਸੀਂ ਤਾਂ ਜਗਨਨਾਥ ਤੋਂ ਬਿਨਾ, ਵਿਸ਼ਨੂੰ ਭਗਵਾਨ ਤੋਂ ਬਿਨਾ ਅਸੀਂ ਨਹੀਂ ਕਿਸੇ ਹੋਰ ਨੂੰ ਜਾਣਦੇ। ਸਾਡੇ ਧਿਆਨ ਵਿੱਚ ਨਹੀਂ ਐਸਾ ਕੌਣ ਸੰਸਾਰ ਦੇ ਵਿੱਚ ਪੈਦਾ ਹੋ ਗਿਆ। ਉਸ ਵੇਲੇ ਜਿਹੜਾ ਮੇਵੜਾ ਅਰਦਾਸੀਆ ਸਿੱਖ ਸੀ, ਉਹ ਰਾਤਰੀ ਦਾ ਵਿਸ਼ਰਾਮ ਉਹਨੇ ਉੱਥੇ ਕੀਤਾ ਜਿੱਥੇ ਮੰਗੂ ਮੱਠ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਨ ਪਾ ਕੇ ਧਰਤੀ ਨੂੰ ਪਵਿੱਤਰ ਕੀਤਾ, ਜਿੱਥੇ ਆਰਤੀ ਦਾ ਸ਼ਬਦ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਵਾਲਾ ਸ਼ਬਦ। ਸੋ ਉਹ ਗੁਰੂ ਕਾ ਸਿੱਖ ਉੱਥੇ ਰਾਤ ਦਾ ਉਸਨੇ ਵਿਸ਼ਰਾਮ ਕੀਤਾ, ਠਹਿਰ ਗਿਆ। ਤੇ ਹਿਰਦੇ ਦੇ ਵਿੱਚ ਇਹ ਸ਼ਰਧਾ ਭਾਵਨਾ ਦੇ ਨਾਲ ਗੱਲ ਜਾਣ ਲਈ ਬਿਠਾ ਲਈ ਕਿ ਸਤਿਗੁਰੂ ਦਾ ਕੰਮ ਹੈ ਤੇ ਸਤਿਗੁਰੂ ਜੀ ਆਪ ਹੀ ਆਪਣਾ ਇਹ ਕਾਰਜ ਕਰਨਗੇ। ਭਾਵਨਾ ਵਾਲਾ ਗੁਰੂ ਕਾ ਸਿੱਖ ਸੀ, ਕਹਿੰਦਾ ਸਤਿਗੁਰੂ ਜੀ ਨੇ ਜੇ ਲਿਖ ਕੇ ਭੇਜਿਆ ਨਾ ਇਹ ਹੁਕਮਨਾਮਾ,
ਤੇ ਵਿਅਰਥਾ ਨਹੀਂ ਜਾਵੇਗਾ, ਨਿਸਫਲਾ ਨਹੀਂ ਜਾਵੇਗਾ। ਸਤਿਗੁਰੂ ਜ਼ਰੂਰ ਆਪ ਹੀ ਇਹ ਕਾਰਜ ਕਰਵਾ ਲੈਣਗੇ। ਪੁਰਸ਼ੋਤਮ ਗੁਰ ਕਾਰਜ ਆਵੇ। ਤੇ ਪੁਰਸ਼ੋਤਮ ਜਿਹੜੇ ਭਗਵਾਨ ਵਿਸ਼ਨੂੰ ਜੀ ਹੈ ਉਹ ਆਪ ਹੀ ਗੁਰੂ ਘਰ ਦੀ ਜਿਹੜੀ ਕਾਰ ਸੇਵਾ, ਜਿਹੜਾ ਸਤਿਗੁਰ ਨੇ ਹੁਕਮ ਕੀਤਾ, ਆਪ ਹੀ ਦਵਾ ਦੇਣਗੇ। ਕਹਿ ਕੋ ਜੋ ਰਾਜਾ ਧਰਮਾਤਮਾ। ਕਹਿੰਦੇ ਜਗਨਨਾਥਪੁਰੀ ਦਾ ਜਿਹੜਾ ਰਾਜਾ ਸੀ ਨਾ, ਉਹ ਬੜਾ ਧਰਮਾਤਮਾ ਸੀ, ਬੜਾ ਉਹ ਭਗਤੀ ਸ਼ਕਤੀ ਵਾਲਾ ਸੀ, ਬੜਾ ਧਰਮ ਨੂੰ ਮੰਨਦਾ ਸੀ, ਸ਼ਰਧਾ ਭਾਵਨਾ ਵਾਲਾ ਸੀ। ਲਗੇ ਸੋ ਠਾਕੁਰ ਬਡੂ ਆਤਮਾ। ਹਾਂ, ਸੋ ਉਹਨੇ ਜਿਹੜਾ ਠਾਕੁਰ ਪੂਜਾ ਕਰਦਾ ਸੀ, ਸੋ ਵੱਡਾ ਮਹਾਤਮ ਉਹ ਜਾਣਦਾ ਸੀ ਹਿਰਦੇ ਦੇ ਵਿੱਚ। ਭਗਵਾਨ ਵਿਸ਼ਨੂੰ ਜੀ ਦੇ ਉੱਤੇ ਉਹਦੀ ਬੜੀ ਸ਼ਰਧਾ ਭਾਵਨਾ ਸੀ। ਤੇ ਕਹਿੰਦੇ ਜਦੋਂ ਰਾਤ ਹੋਈ ਨਾ, ਜਾਮਨੀ ਨਾਮ ਹੈ ਰਾਤ ਦਾ, ਤੇ ਇਕੱਲਾ ਇਹ ਵਿਰਾਜਮਾਨ ਹੈ ਆਪਣੇ ਪਲੰਘੇ ਉੱਪਰ। ਨਾਦ ਤਬ ਸ਼ਬਦ ਉਚਰਿਓ। ਉਸ ਵੇਲੇ ਜਦੋਂ ਇਹ ਵਿਰਾਜਮਾਨ ਆ ਨਾ, ਤੇ ਇਹਨੂੰ ਇੱਕ ਆਵਾਜ਼ ਸੁਣੀ ਜਗਨਨਾਥ ਦੀ, ਭਗਵਾਨ ਵਿਸ਼ਨੂੰ ਜੀ ਦੀ। ਅਪਰਨਾ ਸੁਨਹਿ ਸਰਬ ਪਰ ਸੋਏ। ਹੁਣ ਨੇੜੇ ਇਹਦੀ ਫੌਜ ਵੀ ਪਈ ਸੀ, ਸੈਨਾ ਵੀ ਪਈ ਸੀ, ਪਹਿਰੇਦਾਰ ਵੀ, ਪਰ ਉਹ ਘੂਕ ਸੁੱਤੇ ਸਨ। ਉਹਨਾਂ ਨੂੰ ਆਵਾਜ਼ ਨਹੀਂ ਸੁਣੀ, ਸਿਰਫ ਰਾਜੇ ਨੂੰ ਭਗਵਾਨ ਜੀ ਦੀ ਆਵਾਜ਼ ਸੁਣੀ। ਭੂਪਤ ਸੁਨੇ ਕਹਿਓ ਪ੍ਰਭ ਚੋਏ। ਜੋ ਜੋ ਪ੍ਰਭੂ ਨੇ, ਭਗਵਾਨ ਵਿਸ਼ਨੂੰ ਜੀ ਨੇ ਆਖਿਆ, ਸੋ ਇਹ ਭੂਪਤ ਜਿਹੜਾ ਰਾਜਾ ਹੈ ਇਹਨੂੰ ਸੁਣਾਈ ਦੇ ਰਿਹਾ ਹੈ। ਮੈਂ ਪਾਲਕ ਮਮ ਅਵਤਾਰ। ਕਹਿਣ ਲੱਗੇ ਕਿ ਮੈਂ ਅਵਤਾਰ ਹਾਂ ਵਿਸ਼ਨੂੰ ਜੀ ਦਾ, ਮੈਂ ਵਿਸ਼ਨੂੰ ਹਾਂ। ਤੇ ਇਹ ਰਾਜਾ ਜਿਹੜੇ ਇਸ ਭੂਮੀ ਦੇ ਮਾਲਕ, ਇਸ ਲੋਕ ਪਰਲੋਕ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਨ। ਲੀਨਹੁ ਸਤਿਗੁਰ ਕੋ ਤਨ ਧਾਰ। ਸੋ ਉਹਨਾਂ ਨੇ ਸਤਿਗੁਰੂ ਸਰੂਪ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਨੇ ਇਹ ਧਰਤੀ ਦੇ ਉੱਤੇ ਤਨ ਧਾਰਿਆ, ਸਰੀਰ ਧਾਰਨ ਕੀਤਾ ਹੈ। ਹਿੰਦਪਨੇ ਕੀ ਲਾਜ। ਹਾਂ, ਉਹ ਹਿੰਦੂਪਣੇ ਦੀ ਲਾਜ ਰੱਖਣ ਵਾਸਤੇ ਆਏ ਆ। ਹਿੰਦੂਆਂ ਦੀ ਚੋਟੀ ਧੋਤੀ ਜਨੇਊ ਦੀ ਰੱਖਿਆ ਕਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਇਸ ਧਰਤੀ ਤੇ ਆਏ ਹਨ। ਅਨੇਕ ਸੁਧਾਰਨ ਕਾਜ। ਤੇ ਹੋਰ ਅਨੇਕਾਂ ਪ੍ਰਕਾਰ ਦੇ ਕਾਰਜਾਂ ਨੂੰ, ਜਿਹੜੇ ਵਿਗੜੇ ਹੋਏ ਕਾਰਜ ਹੈ ਉਹਨਾਂ ਨੂੰ ਸੁਧਾਰਨ ਵਾਸਤੇ, ਵਿਗੜੇ ਹੋਏ ਮਨੁੱਖਾਂ ਨੂੰ ਸੁਧਾਰਨ ਵਾਸਤੇ, ਸਰਬ ਧਰਮਾਂ ਨੂੰ ਸਰਬ ਸਾਂਝੀ ਸਿੱਖਿਆ ਦੇਣ ਵਾਸਤੇ, ਜ਼ਾਲਮ ਦੇ ਜ਼ੁਲਮ ਨੂੰ ਮਿਟਾਉਣ ਵਾਸਤੇ, ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ, ਇਸ ਪ੍ਰਕਾਰ ਬਹੁਤ ਸਾਰੇ ਕਾਰਜਾਂ ਨੂੰ ਕਰਨ ਵਾਸਤੇ ਸਤਿਗੁਰੂ ਆਏ ਹਨ। ਦਿੱਲੀ ਮੈਂ ਤੁਰਕੇ ਸੁਨਕੇਤ। ਦਿੱਲੀ ਦੇ ਵਿੱਚ ਜਿਹੜਾ ਤੁਰਕੜੇ ਦਾ ਘਰ ਹੈ, ਔਰੰਗਜ਼ੇਬ ਦਾ ਘਰ ਹੈ। ਰਾਜ ਤੇਗ ਜਿਨ ਖੋਮਨ ਹੇਤ। ਹਾਂ, ਉਹ ਜਿਹੜਾ ਜ਼ੁਲਮੀ ਹੋ ਚੁੱਕਿਆ ਨਾ, ਉਹਦੇ ਤੋਂ ਰਾਜ ਤੇ ਉਹਦਾ ਤੇਜ ਪ੍ਰਤਾਪ ਖੋਹ ਲੈਣ ਵਾਸਤੇ ਸਭ ਪਰ ਹੁਕਮ ਗੁਰੂ ਕੋ ਭਇਓ। ਸਤਿਗੁਰੂ ਸੱਚੇ ਪਾਤਸ਼ਾਹ ਇਸ ਕਰਕੇ ਇਸ ਸੰਸਾਰ ਵਿੱਚ ਆਏ ਆ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਇਸ ਕਾਰਜ ਦੇ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੁਨੀਆ ਦੇ ਉੱਤੇ ਆਏ ਹਨ। ਤੇ ਸਾਰਿਆਂ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੁਣ ਹੁਕਮ ਕੀਤਾ ਹੈ ਕਿ ਦੇਸ਼ ਵਿਦੇਸ਼ ਦੀ ਜਿਹੜੀ ਸੰਗਤ ਹੈ, ਦੇਸ਼ ਵਿਦੇਸ਼ ਵਿੱਚੋਂ ਗੁਰੂ ਘਰ ਵਿਖੇ ਉੱਤਮ ਕਿਸਮ ਦਾ ਸੋਨਾ ਭੇਟ ਕੀਤਾ ਜਾਵੇ। ਕਹਿੰਦੇ ਜਿਹੜਾ ਸਤਿਗੁਰੂ ਜੀ ਨੇ ਹੁਕਮ ਕੀਤਾ ਤੇ ਮੈਂ ਤੈਨੂੰ ਹੁਣ ਅੱਗੇ ਹੁਕਮ ਕਰਦਾ, ਮੇਰਾ ਹੁਕਮ ਦੀ ਤਾਮੀਲ ਕਰ, ਮੇਰੇ ਹੁਕਮ ਨੂੰ ਮੰਨ ਲੈ। ਗੁਰੂ ਦੇ ਉੱਤੇ ਕਿਸੇ ਪ੍ਰਕਾਰ ਦਾ ਸੰਦੇਹ ਸ਼ੰਕਾ ਨਹੀਂ ਕਰਨਾ। ਜਿਹੜਾ ਗੁਰੂ ਨੇ ਹੁਕਮ ਭੇਜਿਆ, ਭਗਵਾਨ ਵਿਸ਼ਨੂੰ ਜੀ ਕਹਿੰਦੇ ਇਉਂ ਸਮਝ ਲਾ ਰਾਜੇ ਕਿ ਉਹ ਮੈਂ ਹੀ ਤੈਨੂੰ ਹੁਕਮ ਦਿੱਤਾ ਹੈ। ਅਮਰੀ ਦੇਸ ਤੇ ਦੇਹੋ 100 ਤੋਲਾ। ਹਾਂ, ਕਹਿੰਦੇ ਸਾਡੇ ਵੱਲੋਂ ਕਹਿੰਦੇ 100 ਤੋਲਾ, ਜਗਨਨਾਥਪੁਰੀ ਦੇ ਵੱਲੋਂ 100 ਤੋਲਾ ਜਿਹੜਾ ਉੱਤਮ ਕਿਸਮ ਦਾ ਸੋਨਾ ਉਹ ਗੁਰੂ ਘਰ ਨੂੰ ਦੇ ਦੇਵੋ। ਹਾਂ, ਕਹਿੰਦੇ ਉਹ ਸੋਨਾ ਦੇਣਾ ਜਿਹੜਾ ਕੁੰਦਨ ਹੋਵੇ, ਐਨ ਉੱਤਮ ਕਿਸਮ ਦਾ, ਤੇ ਇਹ ਜਿਹੜਾ ਸਾਰਾ ਸੋਨਾ ਗੁਰੂ ਘਰ ਭੇਟਾ ਕਰ ਦੇਵੋ। ਤੇ ਕਹਿਣ ਲੱਗੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇੱਕ ਅਰਦਾਸੀਆ ਮੇਵੜਾ ਸਿੱਖ, ਗੁਰੂ ਕਾ ਸਿੱਖ ਇਸ ਨਗਰ ਦੇ ਵਿੱਚ ਪਹੁੰਚਿਆ ਹੋਇਆ, ਉਹਨੂੰ ਉਹ ਕੀਮਤੀ ਬਹੁਮੁੱਲਾ ਸੋਨਾ ਭੇਟਾ ਕਰੋ।
ਘਰ ਸਕਾਰੇ। ਹਾਂ, ਕਹਿੰਦੇ ਉਹਨੂੰ ਆਪਣੇ ਨੇੜੇ ਬੁਲਾਓ, ਆਦਰ ਸਤਕਾਰ ਦੇ ਸਹਿਤ ਬੁਲਾ ਕੇ ਉਹਨੂੰ ਦੇ ਦੇਵੋ। ਸਾਦਰ ਦੀਜੇ ਹਮਰੀ ਦਿਸ ਦੇ। ਭਗਵਾਨ ਜੀ ਕਹਿੰਦੇ ਰਾਜਾ ਇਹ 100 ਤੋਲਾ ਉੱਤਮ ਕਿਸਮ ਦਾ ਸੋਨਾ ਸਾਡੇ ਵੱਲੋਂ ਭੇਟਾ ਕਰੋ। ਬਿਰਥਾ ਹੁਕਮ ਫਿਰੇ ਨਾ ਜਿਸ ਤੇ। ਜਿਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਜਿਹੜਾ ਨਾ ਉਹ ਬਿਰਥਾ ਨਾ ਜਾਵੇ। ਸਤਿਗੁਰ ਨੇ ਹੁਕਮ ਕੀਤਾ ਹੈ ਤੇ ਸਤਿਗੁਰ ਦਾ ਹੁਕਮ ਅਸੀਂ ਮੋੜੀਏ ਨਾ, ਹੁਕਮ ਦੀ ਤਾਮੀਲ ਕਰੀਏ। ਮੈਂ ਪਾਲਕ ਨਿਸਾ ਬਿਤਾਈ। ਮੈਂ ਪਾਲਕ ਜਿਹੜਾ ਰਾਜਾ ਸੀ ਨਾ ਜਗਨਨਾਥਪੁਰੀ ਦਾ, ਭਗਵਾਨ ਜੀ ਦੇ ਇਹ ਬਚਨ ਸੁਣ ਕੇ ਉਹਨੇ ਰਾਤ ਬਤੀਤ ਕੀਤੀ। ਫਿਰ ਪ੍ਰਾਤ ਕੇ ਲਿਓ ਬੁਲਾਈ। ਸੁਬਾ ਹੁੰਦਿਆਂ ਹੀ ਇਹਨੇ ਗੁਰੂ ਕੇ ਸਿੱਖ ਨੂੰ ਆਪਣੇ ਸੈਨਿਕ ਭੇਜ ਕੇ ਆਪਣੇ ਕੋਲ ਬੁਲਾ ਲਿਆ। 100 ਤੋਲਾ ਕੁੰਡਨ ਮੰਗਵਾਏ ਸਾ। ਤੇ 100 ਤੋਲਾ ਸੋਨਾ ਇਹਨੇ ਮੰਗਵਾਇਆ ਹੈ ਵਧੀਆ ਕਿਸਮ ਦਾ। ਪਾਰਕ ਭਿੱਗ ਨੀਕੇ ਪਰਖਾਏ ਸਾ। ਤੇ ਉਸ ਤੋਂ ਬਾਅਦ ਵੀ ਪਾਰਖੂਆਂ ਨੂੰ, ਜਿਹੜੇ ਪਰਖੂਏ ਸੀ ਨਾ, ਉਹਨਾਂ ਨੂੰ ਬੁਲਾ ਕੇ ਕਿਹਾ ਕਿ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਵੀ ਵਾਕਈ ਇਹ ਸ਼ੁੱਧ ਸੋਨਾ ਹੈ। ਉਹਨਾਂ ਨੂੰ ਬੁਲਾ ਕੇ ਕੋਲੇ ਤੇ ਚੰਗੀ ਤਰ੍ਹਾਂ ਪਰਖ ਕਰਵਾਈ ਹੈ ਸੋਨੇ ਦੀ। ਤੋਲ ਕਰ ਲੈ ਸੋ ਆਇਓ। ਹਾਂ, ਜਿਹੜਾ ਹੱਥਾਂ ਦੇ ਵਿੱਚ ਚੁੱਕ ਕੇ ਲੈ ਕੇ ਆਏ ਸਨ, ਸੋ ਤੋਲ ਕੇ 100 ਤੋਲਾ ਸੋਨਾ ਇਹਨਾਂ ਨੇ ਗੁਰੂ ਕੇ ਸਿੱਖ ਨੂੰ ਦੇ ਦਿੱਤਾ ਹੈ। ਤੇ ਗੁਰੂ ਕਾ ਸਿੱਖ ਆਪਣੇ ਹੱਥਾਂ ਵਿੱਚ ਲੈ ਕੇ ਉਹ 100 ਤੋਲਾ ਸੋਨਾ ਜਗਨਨਾਥਪੁਰੀ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਿਆ ਆਨੰਦਪੁਰ ਸਾਹਿਬ। ਸਤਿਗੁਰ ਨਿਕਟ ਆਨ ਕਰ ਪਾਇਓ। ਤੇ ਇਹਨੇ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਟਾ ਕਰ ਦਿੱਤਾ। ਪਈ ਵਾਰਤਾ ਤੇ ਥਾਂ ਜੈਸੇ। ਤੇ ਉੱਥੇ ਜਗਨਨਾਥਪੁਰੀ ਵਿੱਚ ਜਿਹੜੀ ਵੀ ਵਾਰਤਾ ਹੋਈ ਸੀ, ਸਾਰਾ ਪ੍ਰਸੰਗ ਜਿਵੇਂ ਵੀ ਹੋਇਆ ਵਰਤਿਆ ਦੱਸ ਦਿੱਤਾ। ਹੇਮ ਲੈਣ ਕੀ ਬਰਨੀ ਤੈਸੇ। ਹਾਂ, ਹੇਮ ਸੋਨਾ ਲਿਆਉਣ ਦੀ ਸਾਰੀ ਘਟਨਾ, ਸਾਰਾ ਵਰਤਾਂਤ ਗੁਰੂ ਕੇ ਸਿੱਖ ਨੇ ਵਰਣਨ ਕਰ ਦਿੱਤਾ, ਖੋਲ ਕੇ ਦੱਸ ਦਿੱਤਾ। ਸੁਣ ਕਲਗੀ ਧਰ ਬਹੁ ਬਿਕਸਾਏ। ਸਤਿਗੁਰ ਸੱਚੇ ਪਾਤਸ਼ਾਹ ਜੀ ਸੁਣ ਕੇ ਗੁਰੂ ਕੇ ਸਿੱਖ ਤੋਂ ਮੁਸਕਰਾਏ, ਖੁਸ਼ ਹੋਏ, ਆਨੰਦ ਵਿੱਚ ਆਏ। ਪਰਸ਼ੋਤਮ ਕੀ ਮਹਿਮਾ ਗਾਏ। ਤੇ ਫਿਰ ਉਹਨਾਂ ਨੇ ਭਗਵਾਨ ਜੀ ਦੀ ਵੀ ਵਡਿਆਈ ਕੀਤੀ ਵੀ ਉਹਨਾਂ ਨੇ ਸਾਡਾ ਹੁਕਮ ਮੰਨਿਆ। ਭਗਵਾਨ ਨੇ ਉਹ, ਪਰ ਫਿਰ ਵੀ ਸਾਡਾ ਹੁਕਮ ਮੰਨਿਆ। ਕਹਿੰਦੇ ਉਹ ਵੀ ਵਿਸ਼ਨੂੰ ਜੀ ਵੀ ਧੰਨਤਾ ਦੇ ਯੋਗ ਹੈ, ਉਹਨਾਂ ਦੀ ਵਡਿਆਈ ਕੀਤੀ। ਤੂੰ ਲੋਕ ਕੀ ਸਭ ਵਡਿਆਈ। ਦੋਵਾਂ ਲੋਕਾਂ ਦੀ, ਲੋਕ ਅਤੇ ਪਰਲੋਕ ਦੀ ਜੋ ਵਡਿਆਈ ਹੈ, ਸ਼ੋਭਾ ਹੈ। ਸਤਿਗੁਰ ਕੇ ਸੀਸ ਟਿਕਾਈ। ਅਕਾਲ ਪੁਰਖ ਵਾਹਿਗੁਰੂ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦੋਵਾਂ ਲੋਕਾਂ ਪਰਲੋਕਾਂ ਦੀ ਵਡਿਆਈ ਦਿੱਤੀ ਹੈ। ਸਤਿਗੁਰੂ ਜੀ ਦੇ ਸੀਸ ਟਿਕਾਈ ਹੈ ਵੱਡੀ ਸ਼ੋਭਾ। ਦੇਸ ਵਿਦੇਸਨ ਹੁਕਮ ਪਠਾਏ। ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੇਸ਼ਾਂ ਵਿਦੇਸ਼ਾਂ ਵਿੱਚ, ਨੇੜੇ ਅਤੇ ਦੂਰ ਦੇ ਇਲਾਕਿਆਂ ਵਿੱਚ ਹੁਕਮ ਭੇਜੇ। ਸੁਣ ਸੁਣ ਜਿਨ ਮਾਨਿਓ ਰਖਾਏ। ਤੇ ਸਤਿਗੁਰੂ ਜੀ ਦੇ ਇਹ ਹੁਕਮ ਨੂੰ ਸੁਣ ਕਰਕੇ ਗੁਰੂ ਕੇ ਸਿੱਖ ਮਨ ਦੇ ਵਿੱਚ ਬੜੇ ਹਰਖਾਏ, ਖੁਸ਼ ਹੋਏ ਹਨ। ਕੁੰਦਨ ਮੂਲ ਲੀਨ ਪਰਖਾਏ। ਤੇ ਮੁੱਲ ਲੈ ਲੈ ਕੇ, ਪਰਖ ਪਰਖ ਕੇ ਉੱਤਮ ਕਿਸਮ ਦਾ ਜਿਹੜਾ ਕੁੰਦਨ ਸੋਨਾ ਹੈ ਉਹਨਾਂ ਨੇ ਖਰੀਦਿਆ। ਭੇਜਿਓ ਸਤਿਗੁਰ ਢਿੱਗ ਸੁਖ ਪਾਏ। ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਭੇਜਿਆ, ਗੁਰਦਰਬਾਰ ਵਿੱਚ ਭੇਟਾ ਕੀਤਾ, ਸੁਖ ਪ੍ਰਾਪਤ ਕੀਤਾ। ਮਨੋ ਕਾਮਨਾ ਪੂਰਨ ਭਈ। ਤੇ ਜਿਹਨੇ ਜਿਹੜੀ ਜਿਹੜੀ ਵੀ ਭਾਵਨਾ ਕਰਕੇ, ਅਰਦਾਸ ਕਰਕੇ ਸੋਨਾ ਭੇਟ ਕੀਤਾ ਸੀ ਨਾ ਗੁਰਦਰਬਾਰ ਵਿੱਚ, ਸਾਰਿਆਂ ਦੀਆਂ ਮਨੋਕਾਮਨਾਵਾਂ ਸਤਿਗੁਰ ਨੇ ਪੂਰਨ ਕੀਤੀਆਂ, ਸਭ ਦੀਆਂ ਇਛਾਵਾਂ ਪੂਰਨ ਹੋਈਆਂ। ਪਾਪ ਤਾਪ ਸਗਰੇ ਬਿਨ ਸਈ। ਇਸ ਪ੍ਰਕਾਰ ਜਿਹੜੇ ਕਿਸੇ ਦੇ ਕੋਈ ਤਾਪ ਸਨ, ਕਿਸੇ ਨੂੰ ਕੋਈ ਆਧੀ ਵਿਆਧੀ ਉਪਾਧੀ ਤੇ ਜਿਹੜੇ ਪਾਪ ਸਨ, ਸੋ ਉਹ ਸਾਰਿਆਂ ਦੇ ਹੀ ਨਾਸ਼ ਹੋ ਗਏ। ਸੋ ਇੱਥੇ ਹੀ ਆਪਾਂ ਪ੍ਰਸੰਗ ਨੂੰ ਵਿਸ਼ਰਾਮ ਦੇਵਾਂਗੇ ਕਿਉਂਕਿ ਸਮਾਪਤੀ ਦਾ ਸਮਾਂ ਹੋ ਚੁੱਕਿਆ ਹੈ। ਬਾਕੀ ਰਹਿੰਦੀ ਜਿਹੜੀ ਕਥਾ ਹੈ ਸੋ ਅੱਗੇ ਲੜੀ ਜੋੜ ਕੇ ਆਪਾਂ ਕੱਲ ਦੇ ਦੀਵਾਨ ਦੇ ਵਿੱਚ ਇਸ ਪ੍ਰਸੰਗ ਦੀ ਸੰਪੂਰਨਤਾ ਕਰਾਂਗੇ। ਸੋ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ, ਸ਼ੁੱਧਤਾ ਦੇ ਲਈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਵਿੱਚ ਸ਼ਾਮਲ ਹੋਈਏ। ਦੇਹੋ ਸੱਜਣਾ ਸੀਸੜੀਆਂ ਜਿਉ ਹੋਵੈ ਸਾਹਿਬ ਸਿਓ ਮੇਲ। ਮਨੋ ਕਾਮਨਾ ਪੂਰਨ ਭਈ।
ਪਾਪ ਤਾਪ ਸਗਰੇ ਬਿਨ ਸਈ। हे गोविंद हे गोपाल हे दयाल लाल। प्राणनाथ नाथ सखे दीन दर्द निवार। हे समरथ अगम पूरन मोहे मया तार। अंधकूप महापयान नानक पार उतार। वाहिगुरु जी का खालसा वाहिगुरु जी की फतेह।